ਅਸੀਂ ਇੱਥੇ ਸਰੀ 'ਚ ਰਹਿੰਦੇ ਹਾਂ, ਬਰੈਂਪਟਨ 'ਚ ਰਹਿੰਦੇ ਹਾਂ, ਉੱਥੇ ਪੰਜਾਬੀ ਭਾਈਚਾਰਾ ਕਾਫੀ ਹੈ। ਐਸੇ ਤਰੀਕੇ ਰਿਚਮੰਡ ਹਿੱਲ 'ਚ ਵੀ ਭਾਈਚਾਰਾ ਕਾਫੀ ਹੈ। ਉਹਨੇ ਪਹਿਲਾਂ ਤਾਂ ਵੀਡੀਓ ਸਭ ਤੋਂ ਪਹਿਲੀ ਤਾਂ ਇਹ ਆਈ ਸੀਗੀ ਕਿ ਮੈਂ ਮਰਨ ਚੱਲੀਆਂ, ਰੋਜ਼ ਕੁੱਟ ਨਹੀਂ ਖਾ ਹੁੰਦੀ। ਔਰ ਜੇ ਤੁਸੀਂ ਉਸ ਵੀਡੀਓ ਨੂੰ ਦੇਖੋ, ਜੇ ਉਸ ਵੀਡੀਓ ਨੂੰ ਵੇਖ ਕੇ ਤੁਹਾਨੂੰ ਰਾਤ ਨੂੰ ਨੀਂਦ ਆ ਜਾਏ ਤਾਂ ਇਹਦਾ ਮਤਲਬ ਤੁਸੀਂ ਇਹੋ ਜਿਹੀਆਂ ਵੀਡੀਓ ਦੇਖਣ ਦੇ ਆਦੀ ਹੋ ਗਏ ਹੋ। 20 ਮਿੰਟਾਂ ਦੀ ਇੰਟਰਵਿਊ ਦੇ ਵਿੱਚ ਇੱਕ ਵਾਰੀ ਵੀ ਉਸ ਬੰਦੇ ਦੇ ਮੂੰਹ ਤੇ ਸ਼ਿਕਨ ਤੱਕ ਨਹੀਂ ਆਈ ਹੈਗੀ ਕਿ ਮੇਰੀ ਵਾਈਫ ਨੇ ਸੁਸਾਈਡ ਕਰ ਲਈ। ਉਹਦੇ ਵਿੱਚ ਉਹਨੂੰ ਭੋਰਾ ਵੀ, ਜਿਹਨੂੰ ਆਪਾਂ ਸਿੰਪਲ ਵਰਡਸ ਤੇ ਕਹੀਏ ਵੀ ਭੋਰਾ ਵੀ ਅਫਸੋਸ ਨਹੀਂ ਸੀ ਕਿ ਮੇਰੀ ਵਾਈਫ ਚਲੀ ਗਈ ਹੈ। ਇੱਕ ਵਾਰੀ ਇਹ ਤਾਂ ਵੀਡੀਓ ਤਾਂ ਹੋਈ ਹੈ, ਉਹਨੇ ਮੇਰੀ ਕੁੜੀ ਦੇ ਥੱਪੜ ਮਾਰਿਆ ਸੀ, ਫਿਰ ਮੈਨੂੰ ਉਹਨੂੰ ਕੁੱਟਣਾ ਪਿਆ। ਐਕਸਕਿਊਜ਼ ਮੀ। ਜਿਹੜੀਆਂ ਸੁਸਾਇਟੀ ਦੀਆਂ ਮਤਲਬ ਦੂਜੀ ਪੀੜ੍ਹੀ ਤੀਜੀ ਪੀੜ੍ਹੀ ਕਿਤੇ ਕੁਝ ਬਦਲ ਰਿਹਾ ਵੀ ਇਹ ਬਰਾਬਰ ਹੋ ਜਾਣ। ਦੂਜੀ ਸਭ ਤੋਂ ਵੱਡੀ ਗੱਲ ਵੀ ਸਾਡੇ ਭਾਈਚਾਰੇ 'ਚ ਹੀ ਹੈ ਕਿ ਜਿਹੜਾ ਅੰਕੜੇ ਅਮਰੀਕਾ ਦੇ ਦੱਸਦੇ ਵੀ 4 ਚੋਂ 1 ਜਨਾਨੀ ਜਿਹੜੀ ਉਹਨੂੰ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ, ਇਹ ਬਾਕੀ ਭਾਈਚਾਰਿਆਂ 'ਚ ਵੀ ਹੈ। ਸਾਡੇ ਕਲਚਰ ਦੇ ਵਿੱਚ ਇਹੋ ਜਿਹਾ ਖਤਰਨਾਕ ਪਿਆ ਆ ਜਿਹੜਾ ਉਸ ਔਰਤ ਨੂੰ ਮਰਨ ਲਈ ਤਾਂ ਮਜਬੂਰ ਕਰ ਦਿੰਦਾ, ਪਰ ਉਹਨੂੰ ਉੱਥੋਂ ਪਰੇ ਹੋਣ ਲਈ ਨਹੀਂ ਉਹ ਪ੍ਰੇਰਨਾ ਦਿੰਦਾ। ਉਹ ਅੱਗੇ ਆਉਂਦੀ ਹੈ। ਮਨਦੀਪ ਕੌਰ ਨੇ ਆਪਣੀ ਜਿਹੜੀ ਵੀਡੀਓ ਦੇ ਵਿੱਚ ਇੱਕ ਗੱਲ ਕਹੀ ਹੈ, ਕਹਿੰਦੀ ਮੈਨੂੰ ਮੇਰੀ ਸੱਸ ਮੇਰੀ ਭੂਆ ਵਾਸਤੇ ਵੀ ਤਾਨੇ ਮਾਰਦੀ ਸੀ। ਭੂਆ ਦੇ ਤਾਨੇ ਮਨਦੀਪ ਕੌਰ ਸੁਣ ਰਹੀ ਸੀ। ਇਹ ਜਨਰੇਸ਼ਨਸ ਤੱਕ ਗੱਲਾਂ ਚੱਲਦੀਆਂ ਨੇ। ਇਹ ਤੁਹਾਡੀ ਮੇਰੀ ਸੁਸਾਇਟੀ ਦੇ ਵਿੱਚ ਗੱਲਾਂ ਚੱਲਦੀਆਂ ਨੇ। ਦੋਸਤੋ, ਅੱਜ ਇੱਕ ਖਾਸ ਗੱਲਬਾਤ ਕਰਨ ਦੇ ਲਈ ਅਸੀਂ ਹਾਜ਼ਰ ਹੋਏ ਹਾਂ ਫਰੰਟਲਾਈਨ ਦੇ ਇਸ ਹਿੱਸੇ ਦੇ ਵਿੱਚ। ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਟੀਵੀ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ, ਬਹੁਤ ਥਾਵਾਂ ਦੇ ਉੱਤੇ, ਵੱਖ-ਵੱਖ ਪਲੇਟਫਾਰਮ ਦੇ ਉੱਤੇ ਵੀਡੀਓ ਦੇਖ ਰਹੇ। ਇੱਕ ਕੁੜੀ ਆ ਕੇ ਕਹਿ ਰਹੀ ਹੈ ਕਿ ਮੈਂ ਮਰਨ ਚੱਲੀ ਹਾਂ। ਅਮਰੀਕਾ ਦੇ ਵਿੱਚ ਉਹ ਦੱਸਦੀ ਆ ਆਪਣੇ ਆਪ ਨੂੰ ਕਿ ਮੈਂ ਅਮਰੀਕਾ ਦੇ ਵਿੱਚ ਰਹਿੰਦੀ ਹਾਂ, ਘਰਦਿਆਂ ਤੋਂ ਪਰੇਸ਼ਾਨ ਆ, ਤੰਗ ਆ, ਅਤੇ ਉਹ ਰੋ ਰਹੀ ਆ ਵੀਡੀਓ ਦੇ ਵਿੱਚ। ਅਤੇ ਜਿਹੜੇ ਸੂਤਰ ਦੱਸਦੇ ਆ ਵੀ ਉਹਨੇ ਆਤਮ ਹੱਤਿਆ ਕਰ ਲਈ। ਪਹਿਲਾਂ ਤਾਂ ਪਤਾ ਨਹੀਂ ਲੱਗਦਾ ਵੀਡੀਓ ਦੀ ਅਥੈਂਟਿਸਿਟੀ ਕੀ ਹੈ ਕਿੱਥੇ ਦੀ, ਪਰ ਬਾਅਦ ਦੇ ਵਿੱਚ ਕੁਛ ਅਖਬਾਰਾਂ ਦੇ ਵਿੱਚ ਛਪੀਆਂ ਖਬਰਾਂ ਅਤੇ ਹੋਰ ਸਾਰੇ ਕੁਛ ਤੋਂ ਗੱਲ ਕੁਛ ਨਾ ਕੁਛ ਸਪਸ਼ਟ ਹੁੰਦੀ ਹੈ। ਇਹ ਬਹੁਤ ਦਿਲ ਹਿਲਾ ਦੇਣ ਵਾਲੀ ਘਟਨਾ ਆ, ਛੋਟੀ ਘਟਨਾ ਨਹੀਂ ਆ ਇਹ। ਅਮਰੀਕਾ ਦੇ ਵਿੱਚ, ਅਸੀਂ ਕੈਨੇਡਾ ਦੇ ਵਿੱਚ ਬੈਠੇ ਹਾਂ, ਹਾਲਤ ਲਗਭਗ ਉਹੋ ਜਿਹੀ ਆ। ਉੱਦਾਂ ਹੀ ਮਾਈਗਰੇਟ ਹੋਈ ਆ ਕਮਿਊਨਿਟੀ। ਅਸੀਂ ਸਿਰਫ ਪੰਜਾਬੀ ਕਮਿਊਨਿਟੀ ਜਾਂ ਆਪਣੀ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਆ ਉਹਦੇ ਹਵਾਲੇ ਨਾਲ ਗੱਲ ਕਰਾਂਗੇ। ਇੱਥੇ ਆ ਕੇ ਵੀ ਜੇ ਆਹੀ ਹਾਲ ਹੋਣਾ ਤਾਂ ਫਿਰ ਸਮੱਸਿਆ ਦਾ ਹੱਲ ਕੀ ਆ? ਸਮੱਸਿਆ ਕਿੱਥੇ ਪਈ ਆ? ਘਰਦਿਆਂ ਤੋਂ ਤੰਗ ਆ ਕੇ ਇੱਕ ਔਰਤ ਆਤਮ ਹੱਤਿਆ ਕਰ ਲੈਂਦੀ ਆ ਅਮਰੀਕਾ ਦੇ ਵਿੱਚ, ਦੁਨੀਆ ਦੀ ਸਭ ਤੋਂ ਵੱਡੀ ਤਾਕਤ, ਸਭ ਤੋਂ ਐਡਵਾਂਸ ਸਿਵਲਾਈਜੇਸ਼ਨ। ਇਹ ਹੈ ਅਸਲ ਤਸਵੀਰ ਕੀ ਆ? ਇੱਥੇ ਅਸੀਂ ਦੇਖਦੇ ਹਾਂ ਸਾਰੇ ਬਰਾਬਰ ਨੇ, ਇੱਥੇ ਸਾਰਾ ਕੁਛ ਹੁੰਦਾ ਆ, ਹੱਸਦੇ ਖੇਡਦੇ ਆ। ਇਹਦੇ ਪਿੱਛੇ ਕੀ ਕੁਛ ਹੋ ਰਿਹਾ, ਇਹਦੇ ਬਾਰੇ ਅਸੀਂ ਗੱਲਬਾਤ ਕਰਨ ਦੇ ਲਈ ਅੰਮ੍ਰਿਤ ਭੱਟੀ ਨੂੰ ਬੇਨਤੀ ਕੀਤੀ ਆ। ਸਮਾਜ ਦੇ ਵਿੱਚ ਵਿਚਰਦੇ ਨੇ, ਜਰਨਲਿਸਟ ਨੇ ਪੁਰਾਣੇ, ਇੱਥੇ ਇਹਨਾਂ ਮਸਲਿਆਂ ਦੇ ਉੱਤੇ ਉਹਨਾਂ ਦੀ ਖਾਸੀ ਪਕੜਾ ਵਾਹ ਵਾਸਤਾ ਪੈਂਦਾ ਰਹਿੰਦਾ। ਉਹਨਾਂ ਕੋਲੋਂ ਅਸਲ ਦੇ ਵਿੱਚ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਸਮਾਜ ਦਿਸ ਕਿੱਦਾਂ ਦਾ ਰਿਹਾ, ਇਹਦੇ ਪਿੱਛੇ ਸਾਰਾ ਕੁਛ ਕੀ ਚੱਲ ਰਿਹਾ। ਅੰਮ੍ਰਿਤ ਭੱਟੀ ਜੀ, ਇਹ ਘਟਨਾ ਥੋੜ੍ਹੀ ਜਿਹੀ ਸਾਨੂੰ ਦੱਸਿਓ, ਜਿਹੜੀ ਇੱਕ ਕੁੜੀ ਦੀ ਵੀਡੀਓ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਹੋ ਰਹੀ, ਅਸਲ ਦੇ ਵਿੱਚ ਲੋਕ ਜਾਣਨਾ ਚਾਹੁੰਦੇ ਕਿੱਥੇ ਦੀ ਹੈ ਅਤੇ ਗੱਲ ਕੀ ਹੈ ਜੀ। ਜਿਸ ਤਰ੍ਹਾਂ ਕਿ ਤੁਸੀਂ ਹੁਣੇ ਜਸਕਰਨ ਜੀ ਗੱਲ ਕੀਤੀ ਨਾ ਕਿ ਦੁਨੀਆ ਦਾ ਸਭ ਤੋਂ ਵੱਡਾ ਦੇਸ਼, ਸਭ ਤੋਂ ਪਾਵਰਫੁਲ ਕੰਟਰੀ ਅਮਰੀਕਾ, ਉਹਦੇ ਵਿੱਚ ਸਭ ਤੋਂ ਪਾਵਰਫੁਲ ਸਟੇਟ ਨਿਊਯਾਰਕ। ਔਰ ਨਿਊਯਾਰਕ ਦੇ ਵਿੱਚ ਰਿਚਮੰਡ ਹਿੱਲ ਇੱਕ ਇਲਾਕਾ ਹੈ। ਜਿਵੇਂ ਅਸੀਂ ਇੱਥੇ ਸਰੀ 'ਚ ਰਹਿੰਦੇ ਹਾਂ, ਬਰੈਂਪਟਨ 'ਚ ਰਹਿੰਦੇ ਹਾਂ, ਉੱਥੇ ਪੰਜਾਬੀ ਭਾਈਚਾਰਾ ਕਾਫੀ ਹੈ। ਐਸੇ ਤਰੀਕੇ ਰਿਚਮੰਡ ਹਿੱਲ 'ਚ ਵੀ ਭਾਈਚਾਰਾ ਕਾਫੀ ਹੈ। ਉੱਥੇ ਆਪਣੇ ਬਹੁਤ ਸਾਰੇ ਲੋਕ ਵੱਸਦੇ ਨੇ। ਅਤੇ ਇੱਕ ਕੁੜੀ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ, ਮਨਦੀਪ ਕੌਰ, ਉਹਨੇ ਪਹਿਲਾਂ ਤਾਂ ਵੀਡੀਓ ਸਭ ਤੋਂ ਪਹਿਲੀ ਤਾਂ ਇਹ ਆਈ ਸੀਗੀ ਕਿ ਮੈਂ ਮਰਨ ਚੱਲੀਆਂ, ਰੋਜ਼ ਕੁੱਟ ਨਹੀਂ ਖਾ ਹੁੰਦੀ। ਉਸ ਤੋਂ ਬਾਅਦ ਫਿਰ ਦਿਖਾਇਆ ਗਿਆ ਕਿ ਉਹ ਕਹਿੰਦੇ ਆਪਣੇ ਬੱਚਿਆਂ ਨੂੰ ਮਿਲੀ ਅਤੇ ਉਸ ਤੋਂ ਬਾਅਦ ਉਹਨੇ ਸੁਸਾਈਡ ਕਰ ਲਈ। ਨੰਬਰ 2 'ਤੇ ਇੱਕ ਹੋਰ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਕਿ ਉਹਦਾ ਹਸਬੈਂਡ ਉਹਨੂੰ ਕੁੱਟਦਾ ਹੋਇਆ ਨਜ਼ਰ ਆ ਰਿਹਾ ਸੀ, ਔਰ ਇਸ ਤਰੀਕੇ ਨਾਲ ਇੰਨੀ ਬੇਰਹਿਮੀ ਦੇ ਨਾਲ ਕੁੱਟ ਰਿਹਾ ਸੀ। ਅਤੇ ਉਸ ਟਾਈਮ ਕਹਿੰਦੇ ਉਹਦੇ 4.5 ਸਾਲ ਦੀ ਕੁੜੀ ਅਤੇ 2 ਸਾਲ ਦੀਆਂ ਕੁੜੀਆਂ ਉੱਚੀ ਚੀਕਾਂ ਮਾਰ ਰਹੀਆਂ ਸੀ, ਜਿਹੜੀਆਂ ਵੀਡੀਓ 'ਚ ਸੁਣਾਈ ਦਿੰਦੀਆਂ ਨੇ। 4.5 ਸਾਲ ਦੀ ਕੁੜੀ ਜਿਹੜੀ ਹੈ ਉਹ ਕਹਿ ਰਹੀ ਸੀ ਪਾਪਾ ਨਾ ਮਾਰੋ ਮੇਰੀ ਮੰਮੀ ਨੂੰ। ਉਸ ਤੋਂ ਬਾਅਦ ਉਹਨਾਂ ਦੀਆਂ ਚੀਕਾਂ ਛੱਡੀਆਂ ਜਾਂਦੀਆਂ ਨੇ, ਔਰ ਉਹ ਜਨਾਨੀ ਵਾਹੋ ਤਾਹੀ ਲਗਾ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਮਤਲਬ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਲੇਕਿਨ ਇਹ ਗੱਲ ਸਹੀ ਹੈ ਕਿ ਇੱਕ ਜੇ ਔਰਤ ਜਿਹੜੀ ਹੈ, ਆਮ ਔਰਤ, ਕੋਈ ਮਰਦ ਉਹਨੂੰ ਧੱਕਾ ਵੀ ਮਾਰੇ ਨਹੀਂ ਸਹਾਰਿਆ ਜਾਂਦਾ ਹੈਗਾ, ਉਹ ਕਈ ਵਾਰੀ ਨਹੀਂ ਬਰਦਾਸ਼ਤ ਕਰ ਸਕਦੇ। ਔਰ ਜੇ ਤੁਸੀਂ ਉਸ ਵੀਡੀਓ ਨੂੰ ਦੇਖੋ, ਜੇ ਉਸ ਵੀਡੀਓ ਨੂੰ ਵੇਖ ਕੇ ਤੁਹਾਨੂੰ ਰਾਤ ਨੂੰ ਨੀਂਦ ਆ ਜਾਏ ਤਾਂ ਇਹਦਾ ਮਤਲਬ ਤੁਸੀਂ ਇਹੋ ਜਿਹੀਆਂ ਵੀਡੀਓ ਦੇਖਣ ਦੇ ਆਦੀ ਹੋ ਗਏ ਹੋ। ਸਿੰਪਲ ਗੱਲ ਮੈਂ ਇੰਨੀ ਕਹਿ ਸਕਦੀ ਹਾਂ।
ਨੰਬਰ 3 ਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਜਿਹੜੀ ਵੀਡੀਓ ਹੈ ਮੈਂ ਉਹਦੇ ਬਾਰੇ ਗੱਲ ਕਰਨਾ ਚਾਹੂੰਗੀ, ਜਿਹਦੇ ਵਿੱਚ ਕਿ ਰਣਜੋਤ ਬੀਰ ਸਿੰਘ ਜਿਹੜਾ ਕਿ ਮਨਦੀਪ ਕੌਰ ਦਾ ਹਸਬੈਂਡ ਹੈ, ਉਹਦੀ ਇੰਟਰਵਿਊ ਆਈ ਹੈ। ਇੰਟਰਵਿਊ ਦੇ ਵਿੱਚ ਤਕਰੀਬਨ 20 ਮਿੰਟਾਂ ਦੀ ਇੰਟਰਵਿਊ ਦੇ ਵਿੱਚ ਇੱਕ ਵਾਰੀ ਵੀ ਉਸ ਬੰਦੇ ਦੇ ਮੂੰਹ ਤੇ ਸ਼ਿਕਨ ਤੱਕ ਨਹੀਂ ਆਈ ਹੈਗੀ ਕਿ ਮੇਰੀ ਵਾਈਫ ਨੇ ਸੁਸਾਈਡ ਕਰ ਲਈ। ਉਹ ਇੱਕ ਹਿਸਾਬ ਨਾਲ ਆਪਣੇ ਗਲੇ ਤੋਂ ਸਾਰਾ ਕੁਝ ਲਾ ਕੇ ਉਹਦੇ ਉੱਪਰ ਮੜਨਾ ਚਾਹੁੰਦਾ ਹੈ। ਉਸ ਇੰਟਰਵਿਊ ਦੇ ਵਿੱਚ ਉਹ ਕਹਿੰਦਾ ਉਹ ਪਹਿਲਾਂ ਹੀ ਪਾਗਲ ਸੀਗੀ, ਉਹਨੂੰ ਸਾਈਕਾਟਰਿਸਟ ਦੀ ਲੋੜ ਸੀ, ਉਹਨੂੰ ਸਾਈਕੋਲੋਜਿਸਟ ਦੀ ਲੋੜ ਸੀ। ਤੁਸੀਂ ਪਿਛਲਾ ਰਿਕਾਰਡ ਕਢਾ ਲਓ, ਮੈਂ ਉਹਨੂੰ ਕਿਹਾ ਸੀ ਵੀ ਤੂੰ ਲੈ ਕੇ ਜਾ, ਵੀ ਭਲਿਆ ਮਾਨਸਾ ਤੇਰੇ ਬੱਚਿਆਂ ਦੀ ਮਾਂ ਸੀ, ਫਿਰ ਤੂੰ ਉਹਦੀ ਹੈਲਪ ਕਿਉਂ ਨਾ ਕੀਤੀ। ਨਾਲੇ ਆਹ ਸਾਰੀ ਵੀਡੀਓ ਬਾਰੇ ਜਦੋਂ ਗੱਲਬਾਤ ਹੋਈ ਉਹਦੇ ਨਾਲ ਕਿ ਤੂੰ ਆਪਣੀ ਵਾਈਫ ਨੂੰ ਇੰਨੀ ਬੁਰੀ ਤਰੀਕੇ ਨਾਲ ਕੁੱਟਿਆ, ਕਹਿੰਦਾ ਉਹ ਤਾਂ ਪੁਰਾਣੀ ਗੱਲ ਸੀ। ਮਤਲਬ ਉਸ ਵਿਅਕਤੀ ਦੇ ਚਿਹਰੇ ਦੇ ਉੱਤੇ, ਉਹਦੇ ਦਿਲ ਦੇ ਵਿੱਚ, ਉਹਦੀ ਬਾਡੀ ਲੈਂਗੁਏਜ ਜੋ ਦੱਸ ਰਹੀ ਸੀ, ਉਹਦੇ ਵਿੱਚ ਉਹਨੂੰ ਭੋਰਾ ਵੀ, ਜਿਹਨੂੰ ਆਪਾਂ ਸਿੰਪਲ ਵਰਡਸ ਤੇ ਕਹੀਏ ਵੀ ਭੋਰਾ ਵੀ ਅਫਸੋਸ ਨਹੀਂ ਸੀ ਕਿ ਮੇਰੀ ਵਾਈਫ ਚਲੀ ਗਈ ਹੈ। ਉਹਨੇ ਦੱਸਿਆ ਜੀ ਮੈਂ ਉਹਨੂੰ ਇੱਕ ਵਾਰੀ ਲੈ ਕੇ ਗਿਆ ਸੀ, ਮੈਂ ਉਹਨੂੰ ਲਾਸ ਵੇਗਸ ਲੈ ਕੇ ਗਿਆ ਸੀ, ਮੈਂ ਵਾਪਸ ਲੈ ਕੇ ਆਇਆ ਸੀ। ਉਹ ਹਮੇਸ਼ਾ ਇਹੋ ਜਿਹੀਆਂ ਗੱਲਾਂ ਕਰਦੀ ਸੀ, ਉਹ ਡਿਪਰੈਸਡ ਸੀ, ਉਹਨੂੰ ਪਤਾ ਹੀ ਨਹੀਂ ਉਹ ਕਰ ਕੀ ਰਹੀ ਸੀ। ਇੱਕ ਵਾਰੀ ਇਹ ਤਾਂ ਵੀਡੀਓ ਤਾਂ ਹੋਈ ਹੈ, ਉਹਨੇ ਮੇਰੀ ਕੁੜੀ ਦੇ ਥੱਪੜ ਮਾਰਿਆ ਸੀ, ਫਿਰ ਮੈਨੂੰ ਉਹਨੂੰ ਕੁੱਟਣਾ ਪਿਆ। ਐਕਸਕਿਊਜ਼ ਮੀ, ਵੀ ਤੇਰੀ ਕੁੜੀ ਉਹਦੀ ਵੀ ਕੁੜੀ ਸੀ, ਹੋ ਸਕਦਾ ਬੱਚਾ ਕੋਈ ਗਲਤੀ ਕਰਦਾ, ਬੱਚੇ ਨੂੰ ਮਾਂ ਇੱਕ ਸਮਝਾ ਰਹੀ ਹੈ, ਉਹਦੀ ਥੱਪੜ ਦਾ ਮਤਲਬ ਇਹ ਹੈ ਵੀ ਤੁਸੀਂ ਇਸ ਤਰੀਕੇ ਨਾਲ ਆਪਣੀ ਘਰਵਾਲੀ ਨੂੰ ਕੁੱਟੋ। ਉਸ ਤੋਂ ਬਾਅਦ ਫਿਰ ਉਹ ਔਰਤ ਕਹਿੰਦੀ ਵੀ 8 ਸਾਲ ਹੋ ਗਏ ਮੈਨੂੰ ਇਹ ਸਾਰੀਆਂ ਚੀਜ਼ਾਂ ਚੋਂ ਨਿਕਲਦੇ ਹੋਏ, ਮੈਂ ਇਸ ਤੋਂ ਜ਼ਿਆਦਾ ਬਰਦਾਸ਼ਤ ਨਹੀਂ ਕਰ ਸਕਦੀ, ਪਾਪਾ ਮੈਂ ਚੱਲੀ ਹਾਂ। ਤੁਸੀਂ ਦੇਖੋ ਵੀ ਆਪਣੇ ਛੋਟੇ ਬੱਚਿਆਂ ਦੇ ਸਾਹਮਣੇ ਉਸ ਔਰਤ ਨੇ ਇਹ ਡਿਸੀਜ਼ਨ ਲਿਆ ਕਿ ਮੈਂ ਮਰਨਾ ਚਾਹੁੰਦੀ ਹਾਂ, ਹੁਣ ਮੈਂ ਮਰਨ ਜਾ ਰਹੀ ਹਾਂ। ਉਹਨਾਂ ਬੱਚਿਆਂ ਤੇ ਸਾਰੀ ਉਮਰ ਕੀ ਬੀਤਦੀ ਹੋਏਗੀ, ਤੇ ਇਸ ਔਰਤ ਤੇ ਇਸ ਮਾਂ ਤੇ ਸਾਰੀ ਉਮਰ ਕੀ ਬੀਤਦੀ ਹੋਏਗੀ ਜਿਹਨੇ ਬੱਚਿਆਂ ਦੇ ਸਾਹਮਣੇ ਕਿਤੇ ਇਹ ਦੱਸਿਆ ਵੀ ਮੈਂ ਅੱਜ ਤੋਂ ਬਾਅਦ ਤੁਹਾਨੂੰ ਕਦੇ ਨਹੀਂ ਮਿਲੂੰਗੀ। ਇਹ ਜਸਕਰਨ ਜੀ ਪਹਿਲੀ ਵੀਡੀਓ ਨਹੀਂ ਹੈਗੀ, ਇਹ ਪਹਿਲਾ ਕੇਸ ਨਹੀਂ ਹੈ। ਅਜਿਹੇ ਬਹੁਤ ਸਾਰੇ ਕੇਸਿਸ ਸਾਡੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਸਾਡੀ ਸੁਸਾਇਟੀ ਦੇ ਵਿੱਚ ਵਾਪਰਦੇ ਨੇ ਔਰ ਹਰ ਰੋਜ਼ ਵਾਪਰਦੇ ਨੇ। ਇਟਸ ਜਸਟ ਅਨਦਰ ਕੇਸ, ਦੈਟਸ ਆਲ ਆਈ ਕੈਨ ਸੇ। ਇਹ ਹੁਣ ਇੱਕ ਤਾਂ ਇਹ ਹੋ ਸਕਦਾ ਵੀ ਕੁਛ ਗਲਤ ਜਿਹੜਾ ਕਿਸੇ ਵੀ ਸਮਾਜ ਦੇ ਵਿੱਚ ਹੋ ਸਕਦਾ, ਪਰਫੈਕਟ ਕਿਤੇ ਵੀ ਨਹੀਂ ਹੋਦਾ, ਸਵਰਗ ਕਿਤੇ ਵੀ ਨਹੀਂ ਹੋ ਸਕਦਾ, ਸੁਸਾਇਟੀ ਦੇ ਵਿੱਚ ਸਮੱਸਿਆਵਾਂ ਰਹਿੰਦੀਆਂ। ਕੀ ਇਹ ਬਹੁਤ ਥੋੜ੍ਹਾ ਜਿਹਾ ਅੰਸ਼ਾ ਇਹਨੂੰ ਮੰਨਿਆ ਜਾਵੇ ਵੀ ਇਹ ਇੱਕਾ ਦੁੱਕਾ ਘਟਨਾ ਸੀ ਜਿਹੜੀ ਵਾਪਰ ਗਈ, ਕਿ ਹੋ ਸਕਦਾ ਉਹਦੀ ਕੋਈ ਪ੍ਰੋਬਲਮ ਰਹੀ ਹੋਵੇ ਜਿਸ ਤਰ੍ਹਾਂ ਉਹਦਾ ਹਸਬੈਂਡ ਕਹਿ ਰਿਹਾ, ਜਾਂ ਇਹ ਵਰਤਾਰਾ ਇੱਥੇ ਆਮ ਆ? ਤੁਹਾਡੀ ਆਬਜ਼ਰਵੇਸ਼ਨ ਕੀ ਹੈ ਇਹਦੇ ਬਾਰੇ? ਆਬਜ਼ਰਵੇਸ਼ਨ ਜਿਹੜੀ ਹੈ ਨਾ, ਉਹਨੂੰ ਇੱਕ ਪਾਸੇ ਤੇ ਛੱਡ ਦਿਓ। ਤੁਸੀਂ ਇਹ ਦੱਸੋ ਵੀ ਅੰਕੜੇ ਕੀ ਕਹਿੰਦੇ ਨੇ। WHO ਕਹਿ ਰਹੀ ਹੈ, ਉਹ ਕਹਿੰਦੀ ਹਰ 3 ਦੇ ਵਿੱਚੋਂ ਇੱਕ ਔਰਤ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੈ। ਦੁਨੀਆ ਦੀ ਇਹ ਅੰਕੜੇ ਕਹਿੰਦੇ ਨੇ ਹਰ 3 ਦੇ ਵਿੱਚੋਂ ਇੱਕ ਔਰਤ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੈ। ਤਾਂ ਇਹ ਆਮ ਗੱਲ ਤਾਂ ਰਹੀ ਨਾ, ਇਹ ਇਕੱਲੀ ਸਾਡੀ ਜਿਹੜੀ ਹੈ ਆਪਣੀ ਪੰਜਾਬੀ ਭਾਈਚਾਰੇ ਦੀ ਵੀ ਗੱਲ ਨਾ ਰਹੀ, ਇਹ ਤਾਂ ਹਰ ਇੱਕ ਜਗ੍ਹਾ ਤੇ ਹੁੰਦਾ ਹੈ। ਇਹ ਸਿੰਪਲ ਗੱਲ ਇੰਨੀ ਹੈ ਵੀ ਆਦਮੀ ਇਹ ਸੋਚਦੇ ਨੇ ਵੀ ਸਾਡੇ ਵਿੱਚ ਪਾਵਰ ਜ਼ਿਆਦਾ ਹੈ, ਸਾਡੇ 'ਚ ਕਿਸੇ ਵੀ ਕਮਜ਼ੋਰ ਨੂੰ ਦਬਾਉਣਾ ਜਿਹੜਾ ਹੈਗਾ, ਉਹ ਹਰ ਬੰਦਾ ਸੋਚਦਾ ਵੀ ਇਹਨੂੰ ਦਬਾਇਆ ਜਾ ਸਕਦਾ, ਗੁੱਸਾ ਇਹਦੇ ਤੇ ਕੱਢਿਆ ਜਾ ਸਕਦਾ, ਕੋਈ ਵੀ ਗੱਲਾਂ ਹੋ ਸਕਦੀਆਂ ਨੇ। ਇਸ ਕਰਕੇ ਮੈਂ ਆਈ ਨਹੀਂ ਕਹਿੰਦੀ ਵੀ ਇਹ, ਮੈਂ ਤਾਂ ਕਹਿੰਦੀ ਹਾਂ 3 ਦੀ ਬਜਾਏ ਵੀ 2 ਚੋਂ 1 ਕਰੋ। ਬਹੁਤ ਸਾਰੀਆਂ ਔਰਤਾਂ ਦੱਸਦੀਆਂ ਨੇ। ਇਹਨਾਂ ਦੇਸ਼ਾਂ ਦੇ ਵਿੱਚ ਏਡੀ ਵੱਡੀ ਪ੍ਰੋਬਲਮ ਸਾਡੇ ਭਾਈਚਾਰੇ ਦੇ ਵਿੱਚ, ਅਸੀਂ ਇੱਥੇ ਆ ਕੇ ਐਡਵਾਂਸ ਹੋ ਗਏ ਹਾਂ, ਔਰਤਾਂ ਬਰਾਬਰ ਕੰਮ ਕਰਦੀਆਂ, ਗੱਡੀ ਚਲਾਉਂਦੀਆਂ, ਬਰਾਬਰ ਨੌਕਰੀ ਕਰਦੀਆਂ, ਸਾਰਾ ਕੁਝ ਬਰਾਬਰ ਆ। ਇਹਦੇ ਬਾਵਜੂਦ ਵੀ ਇਹ ਸਾਰਾ ਕੁਝ ਅੰਕੜੇ ਵਾਕਈ ਇਹ ਦੱਸਦੇ ਆ। ਕੱਲ੍ਹ ਅਮਰੀਕਾ ਦੇ ਵਿੱਚ ਮਤਲਬ ਇੰਨੀਆਂ ਕੁ ਕਾਲਾਂ ਆਉਂਦੀਆਂ ਵੀ ਸ਼ਾਇਦ 4 ਦੇ ਵਿੱਚੋਂ 1 ਕਿ 3 ਦੇ ਵਿੱਚੋਂ 1 ਔਰਤ ਕਹਿੰਦੇ ਆਪਣੇ ਓਵਰਆਲ ਹੀ। ਅਤੇ ਸਾਡੇ ਭਾਈਚਾਰੇ ਦੇ ਵਿੱਚ ਤਾਂ ਕੁਦਰਤੀ ਜਿੱਦਾਂ ਤੁਸੀਂ ਕਿਹਾ ਗਿਣਤੀ ਜ਼ਿਆਦਾ ਹੋਊਗੀ, ਬਾਵਜੂਦ ਇਹ ਸਾਰੀ ਤਰੱਕੀ ਦੇ ਹੁਣ ਕੀ ਸਮਝਿਆ ਜਾਵੇ ਵੀ ਔਰਤ ਉੱਥੇ ਹੀ ਖੜੀ ਹੈ ਹਜੇ, ਜਾਂ ਇਹਦਾ ਕੀ ਸਥਿਤੀ ਕੀ ਹੈ ਇਸ ਵੇਲੇ? ਔਰਤ ਖੜੇ ਨਾ ਖੜੇ, ਹੁਣ ਇਸ ਟਾਈਮ ਤਾਂ ਨਾ ਇਹ ਜਿਹੇ ਸਾਰੀਆਂ ਸਿਚੁਏਸ਼ਨਸ ਤੋਂ ਬਾਅਦ ਤਾਂ ਇੰਨੀ ਫਰਸਟ੍ਰੇਸ਼ਨ ਹੋ ਜਾਂਦੀ ਹੈ ਵੀ ਸਾਨੂੰ ਸਮਝ ਨਹੀਂ ਆਉਂਦੀ। ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਔਰਤ ਹਰ ਰੋਜ਼ ਜਿਹੜੀ ਹੈ ਕੁੱਟ ਖਾ ਰਹੀ ਹੈ ਨਾ, ਹਰ ਰੋਜ਼ ਤਸ਼ੱਦਦ ਸਹਿ ਰਹੀ ਹੈ, ਉਹ ਅਲਟੀਮੇਟਲੀ ਸੱਚੀ ਮੁੱਚੀ ਨੀਮ ਪਾਗਲ ਵਰਗੀ ਉਹਦੀ ਹਾਲਤ ਹੋ ਜਾਂਦੀ ਹੈ। ਹਰ ਰੋਜ਼ ਕੁੱਟ ਖਾਣੀ ਸੌਖੀ ਤਾਂ ਨਹੀਂ ਹੈਗੀ। ਔਰ ਦੂਸਰੀ ਗੱਲ ਫਿਰ ਉਸ ਤੋਂ ਬਾਅਦ ਜਿਹੜੀ ਹੈ ਉਹ ਸਿਚੁਏਸ਼ਨ ਇਸ ਤਰ੍ਹਾਂ ਦੀ ਆ ਜਾਂਦੀ ਹੈ ਵੀ ਮੈਂ ਕਿਸੇ ਨੂੰ ਪਤਾ ਨਹੀਂ, ਸਭ ਨਾਲੋਂ ਡਿਸਕਨੈਕਟ ਹੋ ਜਾਂਦਾ ਬੰਦਾ। ਜਦੋਂ ਡਿਪਰੈਸ਼ਨ ਦੇ ਵਿੱਚ ਚਲਿਆ ਜਾਂਦਾ, ਡਿਸਕਨੈਕਟ ਹੋ ਕੇ ਕਿਸੇ ਨੂੰ ਦੱਸਦਾ ਨਹੀਂ ਹੈਗਾ, ਦੱਸਣ ਤੋਂ ਬਾਅਦ ਫਿਰ ਉਹਨੂੰ ਐਂ ਲੱਗਦਾ ਵੀ ਮੇਰੀ ਸੁਣਵਾਈ ਕੋਈ ਨਹੀਂ ਹੈ, ਬਸ ਮੈਨੂੰ ਮਰ ਜਾਣਾ ਚਾਹੀਦਾ। ਬਟ ਗੱਲ ਸਿੰਪਲ ਇੱਥੇ ਖੜੀ ਹੈ,
ਜਸਕਰਨ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਧੀਆਂ ਨੇ, ਅਸੀਂ ਉਹਨਾਂ ਧੀਆਂ ਨੂੰ ਪਾਲ ਕਿਵੇਂ ਰਹੇ ਹਾਂ ਕਿ ਅਸੀਂ ਉਹਨਾਂ ਧੀਆਂ ਨੂੰ ਹੁਣ ਇਸ ਘਰ ਦੀ ਜੇ ਐਗਜ਼ਾਮਪਲ ਲਈਏ ਮਨਦੀਪ ਕੌਰ ਦੀ, ਇਹਨਾਂ ਦੀਆਂ ਧੀਆਂ ਨੇ ਅੱਜ ਇਹਦੀ ਧੀ ਕਹਿੰਦੇ ਜੀ ਤਕਰੀਬਨ 6.5-7 ਸਾਲ ਦੀ ਹੋ ਗਈ ਆ, ਉਹ ਵੀਡੀਓ ਪੁਰਾਣੀ ਸੀ, ਉਹਨਾਂ ਨੇ ਅੱਜ ਤੱਕ ਆਪਣੇ ਘਰ ਦੇ ਵਿੱਚ ਕੀ ਵੇਖਿਆ ਕਿ ਮੇਰਾ ਫਾਦਰ ਆਏਗਾ, ਉਹ ਗੁੱਸੇ ਹੋਏਗਾ, ਉਸ ਤੋਂ ਬਾਅਦ ਮੇਰੀ ਮਾਂ ਨੂੰ ਫੜੇਗਾ, ਉਹਨੂੰ ਕੁੱਟੇਗਾ, ਕੁੱਟ ਕੇ ਉਹਨੂੰ ਕਹੇਗਾ ਤੂੰ ਰੋਟੀ ਬਣਾ, ਉਹ ਰੋਟੀ ਬਣਾਏਗੀ, ਉਹਨੂੰ ਦੇਏਗੀ, ਉਸ ਤੋਂ ਬਾਅਦ ਫਿਰ ਉਹਦੇ ਨਾਲ ਹੱਸ ਕੇ ਗੱਲ ਕਰੇਗੀ, ਉਸ ਤੋਂ ਬਾਅਦ ਇਹ ਸਾਰੀ ਚੀਜ਼ ਰੀਪੀਟ ਹੋਏਗੀ। ਇਟ ਮੀਨਸ ਦਿਸ ਇਜ਼ ਲਾਈਫ। ਇਟ ਮੀਨਸ ਗੱਲ ਸਿੰਪਲ ਇਹ ਹੈ ਵੀ ਜਦੋਂ ਵੀ ਘਰ ਵਾਲਾ, ਜੇ ਕੱਲ੍ਹ ਨੂੰ ਮੇਰਾ ਵਿਆਹ ਹੋਇਆ ਤਾਂ ਮੇਰਾ ਘਰ ਵਾਲਾ ਵੀ ਮੈਨੂੰ ਕੁੱਟੇਗਾ ਐਂਡ ਮੇਰਾ ਘਰ ਵਾਲਾ ਵੀ ਮੈਨੂੰ ਐਸੇ ਤਰੀਕੇ ਪੇਸ਼ ਆਏਗਾ, ਤੇ ਮੇਰੇ ਵਾਸਤੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਟਸ ਓਕੇ। ਇਹੀ ਸਿਖਾ ਰਹੇ ਹਾਂ ਨਾ ਅੱਜ ਆਪਾਂ ਬੱਚਿਆਂ ਨੂੰ ਕਿ ਕੱਲ੍ਹ ਨੂੰ ਇਹੀ ਸਾਰਾ ਕੁਝ ਹੋਏਗਾ। ਜਿਹੜਾ ਬੱਚਾ ਡੋਮੈਸਟਿਕ ਵਾਇਲੈਂਸ ਦੇ ਵਿੱਚ ਇਸ ਤਰੀਕੇ ਪਲ ਰਿਹਾ, ਉਹ ਕਿਵੇਂ ਸੋਚ ਸਕਦਾ ਹੈ ਕਿ ਦੁਨੀਆ ਇਸ ਤੋਂ ਬਾਹਰ ਵੀ ਵਸਦੀ ਹੈ। ਉਹਦੇ ਵਾਸਤੇ ਤਾਂ ਦੁਨੀਆ ਉਹਦੇ ਮਾਂ-ਬਾਪ ਨੇ, ਔਰ ਉਹਦੇ ਮਾਂ-ਬਾਪ ਹਰ ਰੋਜ਼ ਜਿਹੜੇ ਆ ਉਹ ਲੜਦੇ ਆ, ਛਿੱਤਰੋ ਛਿੱਤਰੀ ਹੁੰਦੇ ਆ, ਉਹਨਾਂ ਦੇ ਕੁੱਟ ਪੈਂਦੀ ਹੈ, ਉਹਨੂੰ ਤਾਂ ਐਂ ਲੱਗਦਾ ਜੀ ਦਿਸ ਇਜ਼ ਲਾਈਫ। ਇੰਡੀਆ ਬੈਠਾ ਬੰਦਾ ਨਾ ਉਹ ਇਹ ਗੱਲ ਪਛਾ ਨਹੀਂ ਸਕਦਾ ਕਿ ਅਮਰੀਕਾ ਦੇ ਵਿੱਚ ਵੀ ਆਹ ਹਾਲ ਹੋ ਸਕਦਾ ਹੈ। ਇਹ ਭਾਣਾ ਵਾਪਰ ਗਿਆ। ਮਤਲਬ ਪਰਸਨਲੀ ਤੁਸੀਂ ਜਾਣਦੇ ਹੋ ਇੱਦਾਂ ਕੁਝ ਲੋਕਾਂ ਨੂੰ, ਤੁਸੀਂ ਕੁੜੀਆਂ ਨੂੰ ਜਾਂ ਔਰਤਾਂ ਨੂੰ ਜਿਹੜੀਆਂ ਕੁੱਟ ਖਾਂਦੀਆਂ ਇੱਥੇ ਘਰ ਵਾਲਿਆਂ ਕੋਲੋਂ? ਜਿਸ ਕਾਰਨ ਮੈਂ ਬਹੁਤ ਪਿੱਛੇ ਨਹੀਂ ਜਾਂਦੀ। ਕੱਲ ਇਹ ਮਨਦੀਪ ਕੌਰ ਦੇ ਕੇਸ ਤੋਂ ਬਾਅਦ ਮੈਂ ਛੋਟੀ ਜੀ ਇੱਕ ਵੀਡੀਓ ਇਹ ਪਾਈ ਕਿ ਕਿਸ ਤਰ੍ਹਾਂ ਔਰਤਾਂ ਜਿਹੜੀਆਂ ਡੋਮੈਸਟਿਕ ਵਾਇਲੈਂਸ ਦੇ ਵਿੱਚ ਨੇ ਉਹ ਆਪਣੇ ਆਪ ਨੂੰ ਬਚਾ ਸਕਦੀਆਂ ਨੇ, ਕੀ ਉਹ ਸੇਫਟੀ ਪਲਾਨ ਕਰ ਸਕਦੀਆਂ ਨੇ, ਕਿਵੇਂ ਉਹ ਤਿਆਰੀ ਕਰ ਸਕਦੀਆਂ ਨੇ। ਮੈਂ ਸਿੰਪਲ ਜੀ ਇਹ ਵੀਡੀਓ ਪਾਈ ਤੇ ਇਸ ਤੋਂ ਬਾਅਦ ਮੈਨੂੰ 3 ਔਰਤਾਂ ਦੀ ਮੈਸੇਂਜਰ ਦੇ ਉੱਪਰ ਕਾਲ ਆਈ ਜਿਨ੍ਹਾਂ ਨੂੰ ਮੈਂ ਜਾਣਦੀ ਨਹੀਂ, ਔਰ ਕਹਾਣੀ ਹੂ ਬਹੂ ਹੈ ਜੋ ਇਹ ਮਨਦੀਪ ਕੌਰ ਆਪਣੀ ਦੱਸ ਰਹੀ ਸੀ। ਉਹ ਕਹਿੰਦੀਆਂ ਜੀ ਅਸੀਂ ਆਪਣੇ ਘਰ ਵਾਲਿਆਂ ਤੇ ਕੇਸ ਪਾਏ ਸੀ, ਘਰ ਵਾਲਿਆਂ ਨੇ ਉਸ ਤੋਂ ਬਾਅਦ ਸਾਨੂੰ ਪਿਆਰ ਨਾਲ ਮਨਾਇਆ, ਫਿਰ ਸਾਨੂੰ ਹੱਥ ਜੋੜੇ, ਸਾਨੂੰ ਕਹਿੰਦੇ ਅੱਗੇ ਤੋਂ ਕਦੇ ਨਹੀਂ ਕੁੱਟਾਂਗੇ, ਅਸੀਂ ਕੇਸ ਵਾਪਸ ਲੈ ਲਏ, ਜਿਹੜੇ ਕਿ ਅਕਸਰ ਲੋਕ ਕਰਦੇ ਨੇ ਔਰ ਸਭ ਤੋਂ ਵੱਡੀ ਬੇਵਕੂਫੀ ਕਰਦੇ ਨੇ, ਜਿਹੜੇ ਕਿ ਹੁਣ ਕਰਾਊਨ ਤੱਕ ਹੱਥ ਬੰਨਣ ਲੱਗ ਗਏ ਵੀ ਹੁਣ ਤੁਹਾਡੇ ਕੇਸ ਵਾਪਸ ਨਹੀਂ ਹੋਇਆ ਕਰਨੇ ਜਦੋਂ ਤੁਸੀਂ ਡੋਮੈਸਟਿਕ ਵਾਇਲੈਂਸ ਦਾ ਕੇਸ ਪਾਉਂਦੇ, ਕਿਉਂਕਿ ਅਲਟੀਮੇਟਲੀ ਤੁਸੀਂ ਖਤਮ ਇੱਥੇ ਆ ਕੇ ਹੁੰਦੇ ਹੋ ਮੁੜ ਕੇ ਜਦੋਂ ਇਹ ਖੂਨ ਖਰਾਬਾ ਹੋ ਜਾਂਦਾ। ਸੋ ਇਸ ਕਰਕੇ ਜਦੋਂ ਉਹ ਕਹਿੰਦੀਆਂ ਜੀ ਅਸੀਂ ਕੇਸ ਵਾਪਸ ਲੈ ਲਏ, ਲੇਕਿਨ ਸਾਡੇ ਘਰ 'ਚ ਅੱਜ ਵੀ ਉਹੀ ਹਾਲਾਤ ਨੇ। ਇੱਕ ਕੁੜੀ ਦੀ ਇੱਥੋਂ ਤੱਕ ਕਾਲ ਆਈ ਵੀ ਉਹਦੀ ਬਾਂਹ ਟੁੱਟੀ ਹੋਈ ਹੈ ਅੱਜ ਡੋਮੈਸਟਿਕ ਵਾਇਲੈਂਸ ਕਰਕੇ, ਲੇਕਿਨ ਉਹ ਬੋਲ ਨਹੀਂ ਪਾ ਰਹੀ। ਮੈਨੂੰ ਕਿਹਾ ਵੀ ਤੂੰ ਨਿਕਲਦੀ ਕਿਉਂ ਨਹੀਂ ਹੈ ਸਾਰੀ ਸਿਚੁਏਸ਼ਨ 'ਚੋਂ? ਕਹਿੰਦੀ ਜੀ ਕੁੜੀ ਵਿਆਹੁਣ ਵਾਲੀ ਹੈ ਅੱਗੇ, ਜੇ ਮੈਂ ਅੱਜ ਆਪਦੇ ਘਰ ਵਾਲੇ ਨੂੰ ਛੱਡਤਾ ਮੇਰੀ ਕੁੜੀ ਨਾਲ ਕੱਲ੍ਹ ਨੂੰ ਵਿਆਹ ਕਿਹਨੇ ਕਰਾਉਣਾ? ਮੈਂ ਆਪਣੀ ਕੁੜੀ ਕਿਵੇਂ ਵਿਆਹੂੰਗੀ? ਮੈਂ ਤਾਂ ਸਾਰੀ ਉਮਰ ਛਿੱਤਰ ਖਾ ਕੇ ਕੱਟ ਲਈ, ਪਰ ਮੇਰੀ ਕੁੜੀ ਜਿਹੜੀ ਆ ਉਹ ਤਾਂ ਘਰੇ ਬੈਠੀ ਰਹਿ ਜਾਊਗੀ। ਮੈਂ ਉਹਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਆਪਾਂ ਨਾਰਥ ਅਮਰੀਕਾ ਦੇ ਵਿੱਚ ਰਹਿੰਦੇ ਆ, ਇੱਥੇ ਇਹੋ ਜਿਹਾ ਕੁਝ ਨਹੀਂ ਹੈ। ਉਹ ਕਹਿੰਦੀ ਜੀ ਜਿੰਨਾ ਮਰਜ਼ੀ ਗੱਲ ਕਰ ਲਓ, ਪਰ ਕੁੜੀ ਨੇ ਵਿਆਹੁਣਾ ਤਾਂ ਇਸੇ ਜਿਹੜੀ ਆਪਣੀ ਸੁਸਾਇਟੀ ਹੈ, ਆਪਣੀ ਇਹੀ ਪੰਜਾਬੀ ਭਾਈਚਾਰੇ ਹੈ, ਉਹਦੇ ਵਿੱਚੋਂ ਹੀ ਅਸੀਂ ਮੁੰਡਾ ਲੱਭਣਾ, ਉਹਦੇ ਵਿੱਚੋਂ ਹੀ ਮੈਂ ਕੁੜੀ ਵਿਆਹੁਣੀ ਹੈ। ਤੇ ਮੈਂ ਆਪਦੀ ਸਾਰੀ ਲਾਈਫ ਜਿਹੜੀ ਕੱਟ ਚੁੱਕੀ ਹਾਂ, ਜੇ ਕੁੜੀ ਵਿਆਹੁਣ ਵਾਲੀ ਹੈ ਤਾਂ ਜਨਾਨੀ 50 ਸਾਲ ਦੀ ਹੋਣੀ ਹੈ। ਉਹ ਕਹਿੰਦੀ ਮੈਂ ਤਾਂ ਆਪਦੀ ਲਾਈਫ ਕੱਟ ਚੁੱਕੀ ਹਾਂ, ਕੁੜੀ ਦੀ ਥੋੜਾ ਖਰਾਬ ਕਰ ਦੇਣੀ ਹੈ। ਦੈਟਸ ਇਟ। ਇਹਦਾ ਮਤਲਬ ਇਹ ਔਰਤ ਮਤਲਬ ਅਮਰੀਕਾ ਆ ਕੇ ਵੀ ਕੋਈ ਫਾਇਦਾ ਨਹੀਂ ਹੋਇਆ? ਜਿਹੜੀਆਂ ਸੁਸਾਇਟੀ ਦੀਆਂ ਮਤਲਬ ਦੂਜੀ ਪੀੜ੍ਹੀ ਤੀਜੀ ਪੀੜ੍ਹੀ ਕਿਤੇ ਕੁਝ ਬਦਲ ਰਿਹਾ ਵੀ ਇਹ ਬਰਾਬਰ ਹੋ ਜਾਣ? ਦੂਜੀ ਸਭ ਤੋਂ ਵੱਡੀ ਗੱਲ ਵੀ ਸਾਡੇ ਭਾਈਚਾਰੇ 'ਚ ਹੀ ਹੈ ਕਿ ਜਿਹੜਾ ਅੰਕੜੇ ਅਮਰੀਕਾ ਦੇ ਦੱਸਦੇ ਵੀ 4 ਚੋਂ 1 ਜਨਾਨੀ ਜਿਹੜੀ ਉਹਨੂੰ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ, ਇਹ ਬਾਕੀ ਭਾਈਚਾਰਿਆਂ 'ਚ ਵੀ ਹੈ। ਜਿਸ ਕਾਰਨ ਬਾਕੀ ਭਾਈਚਾਰਿਆਂ ਦੇ ਵਿੱਚ ਵੀ ਹਾਲਾਤ ਇਹੋ ਜਿਹੇ ਨੇ। ਸਿੰਪਲ ਗੱਲ ਇੰਨੀ ਹੈ ਕਿ ਆਪਣੇ ਭਾਈਚਾਰੇ ਦੇ ਵਿੱਚ ਜਦੋਂ ਅਜਿਹੀ ਕੋਈ ਗੱਲਬਾਤ ਹੁੰਦੀ ਹੈ ਆਪਾਂ ਉਹਨੂੰ ਕਵਰ ਕਰਦੇ ਹਾਂ। ਜੇ ਅਮਰੀਕਾ ਦੇ ਵਿੱਚ ਤੁਸੀਂ ਗੱਲ ਕਰਦੇ ਹੋ, ਅਮਰੀਕਾ ਦੇ ਵਿੱਚ ਰੋਜ਼ ਕਿੰਨੇ ਸੁਸਾਈਡ ਹੁੰਦੇ ਨੇ, ਰੋਜ਼ ਕਿੰਨੀ ਡੋਮੈਸਟਿਕ ਵਾਇਲੈਂਸ ਹੁੰਦੀ ਹੈ। ਇਹ ਡੋਮੈਸਟਿਕ ਵਾਇਲੈਂਸ ਦੀ ਕਾਲ ਜਿਹੜੀ ਹੈ ਉਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਪ੍ਰਾਇੋਰਟੀ ਤੇ ਰੱਖੀ ਜਾਂਦੀ ਹੈ। ਜੇ ਡੋਮੈਸਟਿਕ ਵਾਇਲੈਂਸ ਦੀ ਕਾਲ ਆ ਜਾਏ, ਉਸ ਤੋਂ ਬਾਅਦ ਹੋਰ ਕੋਈ ਵੀ ਕਾਲ ਆਵੇ, ਉਹ ਸਭ ਤੋਂ ਪਹਿਲਾਂ ਉੱਧਰ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਵੀ ਉੱਥੇ ਅਗਲੇ ਮਿੰਟ ਹੋ ਕੀ ਜਾਣਾ। ਜੇ ਤਾਂ ਕੋਈ ਬਾਹਰੋਂ ਦੁਸ਼ਮਣ ਆਇਆ ਹੋਵੇ ਨਾ, ਉਸ ਨਾਲੋਂ ਬਚਣ ਦੇ ਅਸੀਂ 100 ਤਰੀਕੇ ਸੋਚਦੇ ਹਾਂ। ਜਦੋਂ ਦੁਸ਼ਮਣ ਆਪਣਾ ਹੋਵੇ ਨਾ, ਸਾਡੇ ਘਰ ਦੇ ਵਿੱਚ ਹੋਵੇ, ਨਾ ਤਾਂ ਅਸੀਂ ਉਹਨੂੰ ਹਰਟ ਕਰਨਾ ਚਾਹੁੰਦੇ ਹਾਂ, ਨਾ ਅਸੀਂ ਰਿਲੇਸ਼ਨਸ਼ਿਪ ਖਰਾਬ ਕਰਨਾ ਚਾਹੁੰਦੇ ਹਾਂ। ਸੋ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਔਰਤਾਂ ਨੇ, ਇਹ ਸਾਰੀਆਂ ਐਂ ਸੋਚਦੀਆਂ ਨੇ। ਕੈਲੀਫੋਰਨੀਆ ਦੇ ਵਿੱਚ ਇਹ ਇੱਕ ਸੇਫਟੀ ਪਲਾਨ ਜਿਹੜਾ ਬਣਾਇਆ ਗਿਆ ਸੀ ਨਾ, ਉਹਦੇ ਵਿੱਚ ਦੱਸਿਆ ਇਹ ਗਿਆ, ਕਹਿੰਦੇ ਇੱਕ ਔਰਤ 7 ਵਾਰੀ ਕਦਮ ਬਾਹਰ ਰੱਖਦੀ ਹੈ ਆਪਦੇ ਘਰ ਤੋਂ, 7 ਵਾਰੀ ਅੰਦਰ ਕਰਦੀ ਹੈ, 7ਵੀਂ ਵਾਰੀ ਤੋਂ ਬਾਅਦ ਕਿਤੇ ਉਹ ਘਰ ਛੱਡਦੀ ਹੈ। ਸੋ 7 ਵਾਰੀ ਮਤਲਬ ਇਹ ਹੈ ਵੀ 7 ਵਾਰੀ ਤਾਂ ਉਹਨੇ ਘੱਟੋ ਘੱਟ ਡੋਮੈਸਟਿਕ ਵਾਇਲੈਂਸ ਸਹੀ ਹੈ ਨਾ,
ਇੱਕ ਵਾਰੀ ਨਾ ਸਹੀ, 2 ਵਾਰੀ ਨਾ ਸਹੀ, ਇੱਕ ਵਾਰੀ ਸੋਚਦੀ ਹੈ, ਫਿਰ ਇਹ ਕਰਦੀ ਹੈ ਅਗਲੀ ਵਾਰੀ ਕਰੂੰਗੀ, ਚੱਲ ਇਸ ਵਾਰੀ ਮਾफ़ ਕਰ ਦਿੰਦੀ ਹਾਂ, ਚੱਲ ਕੋਈ ਗੱਲ ਨਹੀਂ ਮਾफ़ੀ ਮੰਗ ਲਈ। 7 ਵਾਰੀ ਕਹਿੰਦੇ ਐਵਰੇਜ ਹੈ ਜਦੋਂ ਇੱਕ ਔਰਤ ਆਪਣੇ ਆਪ ਨੂੰ ਇਹ ਮਜਬੂਰ ਕਰਦੀ ਹੈ ਵੀ ਹੁਣ ਤੂੰ ਛੱਡ ਦੇ। ਜਿਹੜਾ ਹੁਣ ਮੈਂ ਫਿਰ ਇਹਨੂੰ ਕੰਪੇਅਰ ਕਰਦਾ, ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਨਾਰਥ ਅਮਰੀਕਾ ਦੀ ਗੱਲ ਕਰ ਰਹੇ ਹਾਂ, ਮਤਲਬ ਇਹੋ ਜਿਹੀਆਂ ਗੱਲਾਂ ਤਾਂ ਅਸੀਂ ਇੰਡੀਆ ਦੇ ਵਿੱਚ ਵੀ ਘੱਟ ਸੁਣਦੇ ਸੀ ਵੀ ਇਸ ਹੱਦ ਤੱਕ ਉਸ ਬੰਦਾ ਵੀ ਰੋਜ਼ ਆ ਕੇ ਉਹ ਘਰ ਵਾਲੀ ਨੂੰ ਕੁੱਟ ਰਿਹਾ ਆ। ਅਸੀਂ ਜਦੋਂ ਆਪਣੇ ਬਾਪ ਦਾਦੇ ਵੱਲ ਦੇਖਦੇ ਹਾਂ, ਉੱਥੇ ਵੀ ਇਸ ਲੈਵਲ ਦੀ ਵਾਇਲੈਂਸ ਨਹੀਂ ਸੀਗੀ ਵੀ ਰੋਜ਼ ਆ ਕੇ ਤਾਂ ਉਹ ਕੁੱਟ ਰਿਹਾ ਤੇ ਉਹ ਜਿਹੜੀ ਔਰਤ ਆ ਉਹ ਤੰਗ ਆ। ਮਤਲਬ ਇਹ ਸਿਚੁਏਸ਼ਨ ਕੀ ਹੈ ਜਿਹੜੀ ਇੱਥੇ ਆ ਕੇ ਵੀ ਨਹੀਂ ਬਦਲ ਰਹੀ? ਕੀ ਸਾਡੀ ਸੁਸਾਇਟੀ ਆ? ਕੀ ਇਹ ਸਿਰਫ ਜਿਹੜੀ ਪਹਿਲੀ ਪੀੜ੍ਹੀ ਉੱਥੋਂ ਆਈ ਉਹਨਾਂ ਦੀ ਪ੍ਰੋਬਲਮ ਆ ਵੀ ਜਿਹੜੇ ਇਹਨਾਂ ਦੇ ਨਿਆਣੇ ਹੋਣਗੇ, ਜਿਵੇਂ ਉਹ ਔਰਤ ਕਹਿੰਦੀ ਵੀ ਮੈਂ ਕੁੜੀ ਦਾ ਵਿਆਹ ਕਰਨਾ, ਕੱਲ੍ਹ ਨੂੰ ਉਹਦੀ ਕੁੜੀ ਦਾ ਵਿਆਹ ਹੋ ਜਾਏ ਠੀਕ ਠਾਕ, ਉਹਦੇ ਬੱਚੇ ਮਤਲਬ ਇੰਡੀਪੈਂਡੈਂਟ ਹੋ ਜਾਣਗੇ ਤੇ ਉਹ ਨਹੀਂ ਪ੍ਰਵਾਹ ਕਰਦੇ ਕਿਸੇ ਦੀ ਇੱਦਾਂ ਦੀ ਵਾਇਲੈਂਸ ਦੀ? ਜਾਂ ਇਹ ਕੁਛ ਸਾਡੇ ਕਲਚਰ ਦੇ ਵਿੱਚ ਇਹੋ ਜਿਹਾ ਖਤਰਨਾਕ ਪਿਆ ਆ ਜਿਹੜਾ ਉਸ ਔਰਤ ਨੂੰ ਮਰਨ ਲਈ ਤਾਂ ਮਜਬੂਰ ਕਰ ਦਿੰਦਾ ਪਰ ਉਹਨੂੰ ਉੱਥੋਂ ਪਰੇ ਹੋਣ ਲਈ ਨਹੀਂ ਉਹ ਪ੍ਰੇਰਨਾ ਦਿੰਦਾ? ਜਿਸ ਕਾਰਨ ਸਭ ਤੋਂ ਵੱਡੀ ਗੱਲ ਪਤਾ ਕੀ ਹੈ, ਇਹ ਸਿਰਫ ਪੰਜਾਬੀ ਕਮਿਊਨਿਟੀ ਦੇ ਵਿੱਚ ਇਹ ਪ੍ਰੋਬਲਮ ਨਹੀਂ ਹੈਗੀ। ਆਪਣੇ ਨਾਲੋਂ ਵੀ ਜ਼ਿਆਦਾ ਜੇ ਅਮਰੀਕਾ ਦੇ ਅੰਕੜੇ 4 ਚੋਂ 1 ਕਹਿੰਦੇ ਨੇ, WHO 3 ਚੋਂ 1 ਕਹਿੰਦਾ, ਕਿਸੇ ਨਾ ਕਿਸੇ ਕੰਟਰੀ ਦੇ ਵਿੱਚ ਤਾਂ ਇਹ ਬਹੁਤ ਹਾਈ ਹੋਣੀ ਹੈ ਜਿਹਨੇ ਇਹਨੂੰ 3 ਚੋਂ 1 ਕੀਤਾ। ਠੀਕ ਹੈ, ਇਹ ਐਸੇ ਤਰੀਕੇ ਜਿਹੜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇੰਡੀਆ ਦੀ ਗੱਲ ਕੀਤੀ, ਇੰਡੀਆ ਦੇ ਵਿੱਚ ਅਸੀਂ ਬਾਪ ਦਾਦਿਆਂ ਟਾਈਮ ਨਹੀਂ ਸੀ ਦੇਖਦੇ ਕਿਉਂਕਿ ਉਸ ਟਾਈਮ ਇਹ ਗੱਲਾਂ ਕਦੇ ਬਾਹਰ ਹੀ ਨਹੀਂ ਆਈਆਂ। ਉਸ ਟਾਈਮ ਇਹ ਗੱਲ ਸਮਝਾਈ ਜਾਂਦੀ ਸੀ ਵੀ ਜੇ ਤੈਨੂੰ ਛਿੱਤਰ ਪੈਂਦੇ ਆ ਭਾਈ, ਦਰਵਾਜ਼ਾ ਬੰਦ ਕਰਕੇ ਛਿੱਤਰ ਖਾ ਲਿਆ ਕਰ, ਰਹਿਣਾ ਤਾਂ ਤੂੰ ਐਸੇ ਘਰ ਹੀ ਹੈ, ਘਰ ਤਾਂ ਤੂੰ ਛੱਡ ਨਹੀਂ ਸਕਦੀ। ਇਸ ਕਰਕੇ ਆਏ ਤਾਂ ਹੈ ਨਹੀਂ ਵੀ ਆਪਣੇ ਜਿਹੜੇ ਪਹਿਲਾਂ ਨਹੀਂ ਸੀ ਹੁੰਦੇ, ਇੰਡੀਆ ਦੇ ਵਿੱਚ ਡੋਮੈਸਟਿਕ ਵਾਇਲੈਂਸ ਬਹੁਤ ਜ਼ਿਆਦਾ ਹੈ, ਲੇਕਿਨ ਉੱਥੇ ਇਸ ਗੱਲ ਨੂੰ ਨਾਰਮਲ ਮੰਨਿਆ ਜਾਂਦਾ ਹੈ ਕਿ ਜੇ ਤੂੰ ਘਰ ਵਾਲੇ ਤੋਂ ਛਿੱਤਰ ਖਾਨੀ ਹੈ ਤਾਂ ਫਿਰ ਕੀ ਹੋ ਗਿਆ, ਘਰ ਵਾਲਾ ਹੀ ਹੈ, ਤੈਨੂੰ ਪਿਆਰ ਵੀ ਕਰਦਾ, ਤੈਨੂੰ ਮਾਰਦਾ ਵੀ ਹੈ, ਇੱਕੋ ਹੀ ਗੱਲ ਹੈ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਹੈ ਕਿ ਪਿਆਰ ਕੀ ਚੀਜ਼ ਹੈ। ਜਿਹੜਾ ਇਹ ਰਿਲੇਸ਼ਨਸ਼ਿਪ, ਇਹ ਜਿਹੜਾ ਉਹਨਾਂ ਦਾ ਸ਼ਾਮ ਨੂੰ ਬਣਦਾ ਹੈ ਛਿੱਤਰ ਖਾਣ ਤੋਂ ਬਾਅਦ, ਇਹ ਪਿਆਰ ਨਹੀਂ ਹੈ, ਇਹ ਸਿਰਫ ਇੱਕ ਸੈਕਸੁਅਲ ਨੀਡ ਹੈ। ਔਰ ਉਹਦੇ ਵਿੱਚ ਵੀ ਬਹੁਤ ਸਾਰੀਆਂ ਔਰਤਾਂ ਇਸ ਗੱਲ ਨੂੰ ਸਮਝਦੀਆਂ ਨਹੀਂ ਹੋਣਗੀਆਂ। ਉਹਨਾਂ ਦੇ ਹਿਸਾਬ ਨਾਲ ਤਾਂ ਇਹੀ ਹੈ ਵੀ ਅੱਜ ਮੇਰੇ ਘਰ ਵਾਲੇ ਨੇ ਮੈਨੂੰ ਕੁੱਟਿਆ ਤਾਂ ਫਿਰ ਕੀ ਹੋ ਗਿਆ, ਕੱਲ੍ਹ ਨੂੰ ਪਿਆਰ ਵੀ ਤਾਂ ਕਰੇਗਾ। ਜਦਕਿ ਉਹਨਾਂ ਨੂੰ ਪਿਆਰ ਦੀ ਡੈਫੀਨੇਸ਼ਨ ਤੱਕ ਨਹੀਂ ਪਤਾ ਹੈਗਾ ਵੀ ਉਹ ਇਨਸਾਈਡ ਤੋਂ ਕਿਵੇਂ ਖੋਖਲੀਆਂ ਹੋ ਚੁੱਕੀਆਂ ਨੇ। ਰਹੀ ਗੱਲ ਇੱਥੋਂ ਦੀ, ਇੱਥੇ ਸਾਰੀਆਂ ਕਮਿਊਨਿਟੀਜ਼ ਇਸੇ ਗੱਲ ਨਾਲ ਨਿਬੜ ਰਹੀਆਂ ਨੇ, ਸਾਰੀਆਂ ਕਮਿਊਨਿਟੀਜ਼। ਜਿਹੜੀ ਅਗਲੀ ਜਨਰੇਸ਼ਨ ਦੀ ਤੁਸੀਂ ਗੱਲ ਕਰਦੇ ਹੋ, ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਇੱਥੋਂ ਦੀਆਂ ਜੰਮਪਲ ਨੇ, ਉਹ ਬਹੁਤ ਡਿਫਰੈਂਟ ਹੋਰ ਸਿਚੁਏਸ਼ਨ 'ਚੋਂ, ਉਹ ਕਹਿੰਦੇ ਸਾਨੂੰ ਜੇ ਫਿਜ਼ੀਕਲੀ ਵੀ ਮਾਰਿਆ ਜਾਂਦਾ ਅਸੀਂ ਨਹੀਂ ਬੋਲਦੇ, ਜੇ ਸਾਨੂੰ ਇਮੋਸ਼ਨਲੀ ਸਾਨੂੰ ਬਹੁਤ ਜ਼ਿਆਦਾ ਬਲੈਕਮੇਲ ਕੀਤਾ ਜਾਂਦਾ, ਸਾਨੂੰ ਟੌਰਚਰ ਕੀਤਾ ਜਾਂਦਾ, ਉਹ ਵੀ ਵਿੱਚ ਹੈ। ਫਾਈਨੈਂਸ਼ਲੀ ਵੀ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਨੇ ਜਿਨ੍ਹਾਂ ਨੂੰ ਘਰੇ ਰੱਖਿਆ ਜਾਂਦਾ, ਕੰਮ ਨਹੀਂ ਕਰ ਸਕਦੀਆਂ, ਉਵੇਂ ਵੀ ਉਹ ਸਫ਼ਰ ਕਰ ਰਹੀਆਂ। ਇੱਥੋਂ ਦੀਆਂ ਜੰਮਪਲ ਵੀ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਕਿ ਚੰਗਾ ਕਮਾਉਂਦੀਆਂ ਤੱਕ ਨੇ, ਉਹ ਵੀ ਇਹਨਾਂ ਸਿਚੁਏਸ਼ਨਸ ਦੇ ਵਿੱਚ ਨੇ। ਔਰ ਉਹ ਔਰਤਾਂ ਜਿਨ੍ਹਾਂ ਨੂੰ ਤੁਸੀਂ ਵੇਖ ਕੇ ਕਹਿ ਸਕਦੇ ਹੋ ਵੀ ਐਡੇ ਵੱਡੇ ਪਦ ਤੇ, ਐਡੇ ਵੱਡੀ ਉਹਦੇ ਤੇ ਸਟੇਟਸ ਤੇ ਇੱਕ ਜਨਾਨੀ ਕੰਮ ਕਰ ਰਹੀ ਹੈ, ਐਂਡ ਸ਼ੀ ਇਜ਼ ਮੇਕਿੰਗ ਲਾਈਕ ਇਨਕਮ ਜਿਹੜੀ ਹੈ 6 ਫਿਗਰਸ ਦੇ ਵਿੱਚ ਇਹਦੀ ਇਨਕਮ ਹੈ, ਉਹ ਵੀ ਸ਼ਾਮ ਨੂੰ ਇਸ ਤਰ੍ਹਾਂ ਦੇ ਜਿਹੜੇ ਨੇ ਤਸ਼ੱਦਦ ਦਾ ਸ਼ਿਕਾਰ ਨੇ। ਬਿਲਕੁਲ ਠੀਕ ਗੱਲ ਹੈ ਤੁਹਾਡੀ। ਪਿਛਲੇ ਸਾਲ ਦੀ ਗੱਲ ਹੈ, ਮੈਨੂੰ ਲੱਗਦਾ ਨੋਨਾਬਟ ਤੋਂ ਮੈਂਬਰ ਪਾਰਲੀਮੈਂਟ ਸੀ ਮਲਾਲਾ ਕਕਾਕ NDP ਦੀ, ਉਹ ਮਤਲਬ ਹਾਊਸ ਆਫ ਕਾਮਨਸ ਦੇ ਵਿੱਚ ਸਪੀਚ ਦੇ ਕੇ ਬਾਹਰ ਗਈ ਸੀ ਵੀ ਇੱਕ ਔਰਤ ਹੋਣਾ ਮੇਰੇ ਲਈ ਕੈਨੇਡਾ ਦੇ ਵਿੱਚ ਜੋ ਕੁਝ ਮਤਲਬ ਮੇਰੇ ਨਾਲ ਹੁੰਦਾ, ਮੈਂ ਬਿਲਕੁਲ ਵੀ ਮਾਣ ਨਹੀਂ ਇਸ ਗੱਲ 'ਤੇ ਕਰ ਸਕਦੀ ਵੀ ਮੈਂ ਕੈਨੇਡਾ ਦੀ ਨਾਗਰਿਕ ਹਾਂ। ਇੱਕ ਮੈਂਬਰ ਪਾਰਲੀਮੈਂਟ, ਭਾਵੇਂ ਉਹ ਜਿਹੜੀ ਸੀਗੀ ਉਹ ਜਿਹੜੇ ਇੰਡੀਜੀਨਸ ਭਾਈਚਾਰੇ ਦੇ ਨਾਲ ਸੰਬੰਧਿਤ ਵੀ ਸੀਗੀ, ਪਰ ਉਹ ਕਹਿੰਦੀ ਸੀ ਇੱਕ ਔਰਤ ਹੋਣ ਦੇ ਨਾਤੇ ਮੈਨੂੰ ਇੰਨਾ, ਪਾਰਲੀਮੈਂਟ ਦੀ ਗੱਲ ਕਰ ਰਹੀ ਸੀ, ਇੱਕ ਮੈਂਬਰ ਪਾਰਲੀਮੈਂਟ ਚੁਣੀ ਹੋਈ, ਉਹ ਛੱਡ ਗਈ ਸੀ, ਕਹਿੰਦੀ ਮੈਂ ਸਿਆਸਤ ਛੱਡਤੀ, ਮੈਂ ਸਿਆਸਤ ਹੀ ਨਹੀਂ ਕਰਨੀ। ਇਹ ਸਾਨੂੰ, ਮੈਂ ਫਿਰ ਉਸੇ ਗੱਲ ਦੇ ਉੱਤੇ ਆਉਣਾ, ਪਹਿਲੇ ਜ਼ਮਾਨੇ ਦੇ ਵਿੱਚ ਕੀ ਜਿਹੜੀ ਟੈਕਨੋਲੋਜੀ ਘੱਟ ਸੀ, ਇਨਫੋਰਮੇਸ਼ਨ ਟਰੈਵਲ ਨਹੀਂ ਸੀ ਹੁੰਦੀ। ਮਤਲਬ ਮੈਨੂੰ ਲੱਗਦਾ ਵੀ ਮੈਂ ਆਪਣੇ ਪਿਛਲੀਆਂ 3 ਪੀੜ੍ਹੀਆਂ 'ਚ ਦੇਖਾਂ ਤਾਂ ਬਹੁਤ ਘੱਟ ਖਬਰਾਂ ਕਿਸੇ ਨੇ ਦੇਖੀਆਂ ਹੋਣਗੀਆਂ ਵੀ ਉਹ ਔਰਤ ਜਿਹੜੀ ਆ ਆਪਣੇ ਘਰ ਵਾਲੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਗਈ। ਉਹਨਾਂ ਦੇ ਵਿੱਚ ਅਵੇਅਰਨੈਸ ਹੈ ਨਹੀਂ ਸੀ, ਇਨਫੋਰਮੇਸ਼ਨ ਜਾਂਦੀ ਨਹੀਂ ਸੀ। ਵਾਕਿਆ ਹੀ ਉਸ ਵੇਲੇ ਜਿਹੜੇ ਉਹ ਰਿਸ਼ਤੇ ਸਹੀ ਸੀਗੇ, ਗੜਬੜ ਕਿੱਥੇ ਹੋਈ ਆ ਕਿ ਅਸੀਂ ਅੱਜ ਕੱਲ੍ਹ ਦੀ ਇੱਥੇ ਸਰੀ ਦੀ ਖਬਰ ਸੁਣ ਕੇ ਹਟਿਆ ਕਿ 15-16 ਸਾਲ ਪਹਿਲਾਂ ਜੋ ਕੁਛ ਹੈ ਉਹ ਬੰਦੇ ਨੂੰ ਡੇ ਪੈਰੋਲ ਮਿਲ ਗਈ, 4 ਮਹੀਨੇ ਦੀ ਪ੍ਰੈਗਨੈਂਟ ਘਰ ਵਾਲੀ ਉਹਨੇ ਆਪਣੀ ਮਾਰ ਕੇ ਤੇ ਬੀਚ ਦੇ ਉੱਤੇ ਸਾੜ ਦਿੱਤੀ। ਇਹ ਫਰਕ ਕੀ ਪਿਆ? ਤੁਸੀਂ ਕੀ ਫੀਲ ਕਰਦੇ ਸਾਰੇ ਕੁਛ ਨੂੰ ਪਹਿਲੇ ਤੇ ਹੁਣ ਦੇ ਸਮੇਂ 'ਚ?
ਸਿੰਪਲੀ ਗੱਲ ਇੰਨੀ ਹੈ ਵੀ ਪਹਿਲਾਂ ਜਿਹੜੇ ਆਪਾਂ ਕੱਲੇ ਪਿੰਡਾਂ ਦੇ ਵਿੱਚ ਰਹਿੰਦੇ ਸੀ, ਪਿੰਡਾਂ ਦੇ ਵਿੱਚ ਜਿਹੜੇ ਕੇਸਿਸ ਹੁੰਦੇ ਹੋਣਗੇ ਆਪਾਂ ਨੂੰ ਉੱਥੇ ਤੱਕ ਹੀ ਪਤਾ ਸੀ। ਪਹਿਲਾਂ ਕਿੱਥੇ ਅਖਬਾਰਾਂ ਆਉਂਦੀਆਂ ਸੀ ਆਪਣੇ ਪਿੰਡਾਂ ਦੇ ਵਿੱਚ, ਕਿੰਨੀ ਕੁ ਪਹਿਲਾਂ ਦੀ ਗੱਲ ਕਰਦੇ ਹਾਂ, ਜੇ ਅੱਜ ਤੋਂ 60-70 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਨਾ, ਕਿੱਥੇ ਪਿੰਡ ਦੇ ਵਿੱਚ ਕਿੰਨੀਆਂ ਕੁ ਅਖਬਾਰਾਂ ਆਉਂਦੀਆਂ ਸੀ ਜਿਹੜੀ ਸਾਨੂੰ ਆਲੇ ਦੁਆਲੇ ਦੀ ਖਬਰ ਜ਼ਿਆਦਾ ਪਤਾ ਲੱਗਦੀ ਹੋਵੇ। ਡੋਮੈਸਟਿਕ ਵਾਇਲੈਂਸ ਸ਼ੁਰੂ ਤੋਂ ਚੱਲਦੀ ਆ ਰਹੀ ਹੈ, ਕੋਈ ਅੱਜ ਦੀ ਨਵੀਂ ਚੀਜ਼ ਨਹੀਂ ਹੈ ਵੀ ਹਾਂ ਉਦੋਂ ਲੋਕਾਂ ਨੂੰ ਆਲੇ ਦੁਆਲੇ ਦਾ ਜ਼ਿਆਦਾ ਪਤਾ ਨਹੀਂ ਸੀਗਾ, ਆਲੇ ਦੁਆਲੇ ਦੀ ਖਬਰ ਮਿਲਦੀ ਨਹੀਂ ਸੀ। ਲੇਕਿਨ ਹੁਣ ਇੱਕ ਖਬਰ ਜਿਹੜੀ ਨਿਊਯਾਰਕ ਦੇ ਵਿੱਚ ਇੰਨੀ ਦੂਰ, ਹਜ਼ਾਰਾਂ ਮੀਲ ਦੂਰ ਜੋ ਕੁਝ ਵਾਪਰਿਆ, ਸਾਨੂੰ ਸਾਰਿਆਂ ਨੂੰ ਉਹਦਾ ਅੱਜ ਪਤਾ ਹੈ। ਪਹਿਲਾਂ ਇਸ ਤਰ੍ਹਾਂ ਦੀ ਕੋਈ ਵੀ ਟੈਕਨੋਲੋਜੀ ਹੈ ਨਹੀਂ ਸੀ ਜਿਹਦੇ ਨਾਲ ਇਸ ਤਰ੍ਹਾਂ ਪਤਾ ਲੱਗ ਜਾਏ। ਬਾਕੀ ਚੱਲ ਤਾਂ ਇੱਥੇ ਰਿਹਾ, ਜਦੋਂ ਤੱਕ ਇਹ ਚੀਜ਼, ਜਦੋਂ ਤੱਕ ਇਹ ਬਦਲਾਅ ਘਰੋਂ ਘਰੀ ਨਹੀਂ ਨਾ ਬਦਲਦਾ, ਉਦੋਂ ਤੱਕ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸਾਡੀਆਂ ਧੀਆਂ ਧਿਆਣੀਆਂ ਸੁਰੱਖਿਅਤ ਨੇ। ਇਹ ਘਰੋਂ ਘਰੀ ਬਦਲਾਅ ਹੋਏਗਾ। ਇਹ ਜਿਹੜੀ ਆਪਣੀ ਸਭ ਤੋਂ ਛੋਟੀ ਇਕਾਈ ਹੈ ਨਾ, ਪਰਿਵਾਰ, ਉੱਥੋਂ ਬਦਲਾਅ ਸ਼ੁਰੂ ਹੋਏਗਾ ਤਾਂ ਕਿਤੇ ਜਾ ਕੇ ਦੁਨੀਆ 'ਚ ਫੈਲੇਗਾ। ਅਦਰਵਾਈਜ਼ ਵੀ ਆਰ ਸਟਿਲ ਦੇਅਰ। ਲੋਕ ਆਮ ਹੀ ਕਹਿੰਦੇ ਵੀ ਅਮਰੀਕਾ ਦੇ ਵਿੱਚ ਤਾਂ ਪੁਲਿਸ ਇੰਨੀ ਮਦਦ ਕਰਦੀ ਆ, ਇਹ ਪੁਲਿਸ ਕੋਲੇ ਕਿਉਂ ਨਹੀਂ ਗਈ, ਉਹਨੂੰ ਸਜ਼ਾ ਕਿਉਂ ਨਹੀਂ ਦਵਾਈ? ਇਸ ਪਾਸੇ ਨੂੰ ਫਿਰ ਇਹ ਮਤਲਬ ਮਰਨਾ ਬਹੁਤ ਔਖਾ ਕੰਮ ਹੁੰਦਾ ਇਸ ਹੱਦ ਤੱਕ। ਉਹ ਕੀ ਉਹ, ਮੈਂ ਫਿਰ ਉਹੀ ਸਵਾਲ ਪੁੱਛਦਾ, ਕੀ ਉਹ ਸੁਸਾਇਟੀ ਹੈ ਜਿਹੜੀ ਉਹਨੂੰ ਕਹਿੰਦੀ ਵੀ ਤੂੰ ਮਰ ਜਾ ਪਰ ਪੁਲਿਸ ਕੋਲ ਨਾ ਜਾਈ? ਬਿਲਕੁਲ। ਪੁਲਿਸ ਨੂੰ ਦੇਖੋ ਪ੍ਰੋਫੈਸਰ, ਇੰਨੀ ਟੈਕਨੋਲੋਜੀ ਤਾਂ ਹਲੇ ਵਧੀ ਨਹੀਂ ਹੈਗੀ ਵੀ ਪੁਲਿਸ ਨੂੰ ਜਿਹੜਾ ਹੈਗਾ ਉਹ ਸੁਪਨਾ ਆਉਣਾ ਸ਼ੁਰੂ ਹੋ ਜਾਏ ਵੀ ਕਿਹੜੀ ਜਿਹੜੀ ਜਨਾਨੀ ਆ ਉਹ ਦੁਖੀ ਹੈ। ਪੁਲਿਸ ਕੋਲੇ ਕੰਪਲੇਂਟ ਤਾਂ ਕਰਨੀ ਪਏਗੀ ਨਾ। ਕੰਪਲੇਂਟ ਕਰਾਂਗੇ ਤਾਂ ਉਹ ਸਟੈਪ ਇਨ ਹੁੰਦੀ ਹੈ। ਜੇ ਉਹ ਸਟੈਪ ਇਨ ਹੋਏਗੀ ਫਿਰ ਉਸ ਤੋਂ ਬਾਅਦ ਉਹ ਰਿਸਪੌਂਸਿਬਿਲਟੀ ਲੈਂਦੇ ਨੇ ਕਿ ਇਹ ਸਾਰੀ ਗੱਲ ਦੀ। ਹੁਣ ਇੱਥੋਂ ਦੇ ਈਵਨ ਕਿ ਸਰੀ ਦੇ ਕਰਾਊਨ ਤੱਕ ਨੇ ਗੱਲ ਕੀਤੀ ਹੈ, ਜੇ ਡੋਮੈਸਟਿਕ ਵਾਇਲੈਂਸ ਦਾ ਕੇਸ ਹੋਏਗਾ ਵਾਪਸ ਨਹੀਂ ਮੈਂ ਲੈਣ ਦੇਣਾ, ਕਿਉਂਕਿ ਜਨਾਨੀਆਂ ਪਹਿਲਾਂ ਇੱਕ ਵਾਰੀ ਝੱਗਾ ਚੱਕ ਕੇ ਕੇਸ ਕਰ ਦਿੰਦੀਆਂ, ਅਗਲੇ ਦਿਨ ਜਦੋਂ ਹਸਬੈਂਡ ਕਹਿੰਦਾ ਨਹੀਂ ਜੀ ਉਦੋਂ ਵਾਪਸ ਆ ਜਾਂਦੀਆਂ। ਪੁਲਿਸ ਨੂੰ ਕੰਪਲੇਂਟ ਤਾਂ ਕਰਨੀ ਪਏਗੀ। ਅੱਛਾ, ਜੇ ਅੱਜ ਸਪੋਜ਼ ਕਰੋ ਮੇਰੇ ਘਰੇ ਵਾਇਲੈਂਸ ਹੁੰਦੀ ਹੈ, ਮੈਂ ਚਲੋ ਇੱਕ ਸਿੰਪਲ ਐਗਜ਼ਾਮਪਲ ਲੈਂਦੀ ਹਾਂ ਵੀ ਮੇਰੇ ਘਰੇ ਵਾਇਲੈਂਸ ਹੋਈ, ਮੈਂ ਪੁਲਿਸ ਨੂੰ ਕੱਲ੍ਹ ਨੂੰ ਜਾ ਕੇ ਦੱਸੂਗੀ ਵੀ ਮੇਰੇ ਘਰ ਵਾਲੇ ਨੇ ਮੈਨੂੰ ਗਾਲਾਂ ਕੱਢੀਆਂ, ਮੈਨੂੰ ਕੁੱਟਿਆ। ਕੱਲ੍ਹ ਨੂੰ ਸਾਰੀ ਸੁਸਾਇਟੀ ਜਿਹੜੀ ਹੈ ਉਹ ਕੀ ਕਹੇਗੀ? ਹੈ ਵੀ ਤੇਰੇ ਘਰ ਦੇ ਵਿੱਚ ਆਏ ਹੁੰਦਾ ਸੀ, ਆਹ ਹੁੰਦਾ ਸੀ, ਲੋਕ ਗੱਲਾਂ ਕਰਨਗੇ, 100 ਤਰ੍ਹਾਂ ਦੇ ਤਾਨੇ ਮਿਹਣੇ ਮੈਨੂੰ ਮਾਰਨਗੇ, 100 ਤਰ੍ਹਾਂ ਦੇ ਜਿਹੜੇ ਆ ਉਹ ਘਰ ਵਾਲੇ ਨੂੰ ਮਾਰਨਗੇ, ਬਾਕੀ ਬੱਚਿਆਂ ਨੂੰ ਮਾਰਨਗੇ। ਕਈ ਵਾਰੀ ਸੋਚ ਕੇ ਬੰਦਾ ਇਹ ਸੋਚਦਾ ਵੀ ਛੱਡ ਪਰਾਂ, ਮੈਂ ਕੀ ਲੈਣਾ। ਇੱਕ ਵਾਰੀ ਹੋ ਗਈ, 4 ਦਿਨ ਚੁੱਪ ਕਰਾਂਗੇ, 4 ਦਿਨ ਚੁੱਪ ਕਰਨ ਤੋਂ ਬਾਅਦ ਫਿਰ ਉੱਥੇ ਆ ਜਾਏਗੀ। ਦੂਸਰੀ ਵੱਡੀ ਗੱਲ, ਜਿਵੇਂ ਕਿ ਉਹ ਔਰਤ ਨੇ ਕਹੀ ਸੀ, ਅਗਲੇ ਬੱਚਿਆਂ ਤੱਕ, ਜਨਰੇਸ਼ਨਸ ਤੱਕ ਇਹ ਗੱਲ ਜਿਹੜੀ ਹੈ ਉਹ ਅੱਗੇ ਆਉਂਦੀ ਹੈ। ਮਨਦੀਪ ਕੌਰ ਨੇ ਆਪਣੀ ਜਿਹੜੀ ਵੀਡੀਓ ਦੇ ਵਿੱਚ ਇੱਕ ਗੱਲ ਕਹੀ ਹੈ, ਕਹਿੰਦੀ ਮੈਨੂੰ ਮੇਰੀ ਸੱਸ ਮੇਰੀ ਭੂਆ ਵਾਸਤੇ ਵੀ ਤਾਨੇ ਮਾਰਦੀ ਸੀ। ਭੂਆ ਦੇ ਤਾਨੇ ਮਨਦੀਪ ਕੌਰ ਸੁਣ ਰਹੀ ਸੀ। ਇਹ ਜਨਰੇਸ਼ਨਸ ਤੱਕ ਗੱਲਾਂ ਚੱਲਦੀਆਂ ਨੇ। ਇਹ ਤੁਹਾਡੀ ਮੇਰੀ ਸੁਸਾਇਟੀ ਦੇ ਵਿੱਚ ਗੱਲਾਂ ਚੱਲਦੀਆਂ ਨੇ। ਮੈਂ ਜੇ ਅੱਜ ਕੋਈ ਕਦਮ ਲੈਂਦੀ ਹਾਂ ਨਾ, ਕਦਮ ਚੱਕਦੀ ਹਾਂ, ਤਾਂ ਮੇਰੀ ਡਾਟਰ ਨੂੰ ਉਹਦਾ ਭੁਗਤਾਨ ਕਰਨਾ ਪਏਗਾ। ਲੋਕ ਸਾਰੇ ਆਲੇ ਦੁਆਲੇ ਆ ਕੇ ਪੁੱਛਣਗੇ, ਜਾਂ ਮਨਦੀਪ ਕੌਰ ਦੀਆਂ ਕੁੜੀਆਂ ਨੂੰ ਹੁਣ ਪੁੱਛਿਆ ਜਾਏਗਾ, ਅੱਛਾ ਤੁਹਾਡੇ ਘਰੇ ਕੀ ਹੋਇਆ ਸੀ? ਤੁਹਾਡੀ ਮਾਂ ਨੂੰ ਮਾਰਦੇ ਸੀ ਨਾ, ਤੁਸੀਂ ਦੇਖਿਆ ਕਿੰਨਾ ਕੁ ਦਰਦ ਹੋਇਆ ਸੀ ਨਾ। ਆਮ ਹੀ ਲੋਕ ਜਿਹੜੇ ਨੇ ਉਹ ਘਰ 'ਚ ਕੁਟਾਪਾ ਤਾਂ ਹੁੰਦਾ ਹੀ ਹੈ, ਬੰਦੇ ਜਿਹੜੇ ਪਿਓ ਮਾਰਦੇ ਹੀ ਨੇ। ਤੁਹਾਡੀ ਮਾਂ ਨੂੰ ਵੀ ਮਾਰਤਾ ਸੀ, ਐਡਾ ਵੱਡਾ ਕਦਮ ਨਹੀਂ ਸੀ ਚੱਕਣਾ ਚਾਹੀਦਾ ਨਾ। ਬਾਹਰ ਨਿਕਲਦੀ, ਕੋਈ ਕੰਮ ਕਰਦੀ, ਬਟ ਜਦੋਂ ਜ਼ਰੂਰਤ ਸੀ ਉਦੋਂ ਕੋਈ ਆਇਆ? ਲੋਕ ਪਿੱਠ ਪਿੱਛੇ ਗੱਲਾਂ ਜ਼ਰੂਰ ਕਰ ਦੇਣਗੇ, ਲੇਕਿਨ ਇਹ ਸੁਸਾਇਟੀ ਇੰਨੀ ਕੁ ਔਖੀ ਹੈ ਨਾ ਇਹਦੇ ਵਿੱਚ ਵਿਚਰਨਾ, ਵੀ ਜਦੋਂ ਤੱਕ ਤੁਸੀਂ ਇੱਕ ਸਿੱਧੇ ਐਵਨਿਊ ਤੇ ਨਹੀਂ ਪੈਂਦੇ। ਜੇ ਤਾਂ ਤੁਸੀਂ ਸੋਸ਼ਲ ਵਰਕਰਸ ਕੋਲ ਚਲੇ ਗਏ, ਉਹ ਤੁਹਾਨੂੰ ਦੱਸਣਗੀਆਂ ਵੀ ਤੁਹਾਡੇ ਰਾਈਟਸ ਕੀ ਨੇ, ਉਹ ਤੁਹਾਨੂੰ ਦੱਸਣਗੀਆਂ ਵੀ ਤੁਸੀਂ ਇਸ ਸਿਚੁਏਸ਼ਨ ਚੋਂ ਬਾਹਰ ਕਿਵੇਂ ਨਿਕਲਣਾ, ਉਹ ਤੁਹਾਨੂੰ ਦੱਸਣਗੀਆਂ ਵੀ ਤੁਸੀਂ ਕਿਵੇਂ ਡੇਂਜਰ ਦੇ ਵਿੱਚੋਂ, ਫਿਰ ਤਾਂ ਤੁਹਾਨੂੰ ਪਤਾ ਲੱਗੇਗਾ। ਆਮ ਇੱਥੇ ਪਾਰਕਾਂ ਦੇ ਵਿੱਚ ਬੈਠੋ, ਇੱਥੇ 10-15 ਲੇਡੀਜ਼ ਬੈਠੀਆਂ ਹੋਣਗੀਆਂ, ਉਹਨਾਂ ਨੂੰ ਗੱਲ ਦੱਸੋ। ਉਹਨਾਂ ਨੂੰ ਗੱਲ ਦੱਸਣ ਦਾ ਮਤਲਬ ਹੈ ਆਪਣੀ ਖਿੱਲੀ ਉਡਾਉਣਾ। ਸੋ ਉਹ ਜਦੋਂ ਖਿੱਲੀ ਉੜਦੀ ਹੈ ਨਾ, ਉਸ ਟਾਈਮ ਕਈ ਬੰਦੇ ਚੁੱਪ ਕਰ ਜਾਂਦੇ ਵੀ ਛੱਡ ਪਰਾਂ, ਜ਼ਿੰਦਗੀ ਹੈ ਬਹੁਤ ਹੱਦ ਤੱਕ ਨਿਕਲ ਗਈ, ਅੱਗੇ ਵੀ ਆਏ ਨਿਕਲ ਜਾਣੀ ਹੈ। ਲੇਕਿਨ ਸਭ ਤੋਂ ਜ਼ਿਆਦਾ ਮੇਨ ਸਮਝਣ ਵਾਲੀ ਗੱਲ ਹੈ ਕਿ ਹਰ ਇੱਕ ਸਰਕਾਰ, ਹਰ ਇੱਕ ਪੁਲਿਸ ਡਿਪਾਰਟਮੈਂਟ ਇਹਨੂੰ ਬਹੁਤ ਜ਼ਿਆਦਾ ਧਿਆਨ ਦੇ ਨਾਲ ਲੈ ਰਿਹਾ ਡੋਮੈਸਟਿਕ ਵਾਇਲੈਂਸ ਨੂੰ। ਹਰ ਇੱਕ ਸਟੇਟ ਦੇ ਵਿੱਚ, ਕੈਨੇਡਾ ਦੀ ਹਰ ਇੱਕ ਪ੍ਰੋਵਿੰਸ ਦੇ ਵਿੱਚ ਆਪਣੇ ਆਪਣੇ ਸੇਫਟੀ ਪਲਾਨਸ ਨੇ। ਉਹਨਾਂ ਨੇ ਤੁਹਾਨੂੰ ਦੱਸਿਆ ਵੀ ਤੁਸੀਂ ਜੇ ਡੋਮੈਸਟਿਕ ਵਾਇਲੈਂਸ ਦੇ ਵਿੱਚੋਂ ਤਾਂ ਤੁਸੀਂ ਕਰਨਾ ਕੀ ਹੈ। ਸਰਕਾਰ ਨੇ ਸਾਰੀਆਂ ਚੀਜ਼ਾਂ ਮੁਹੱਈਆ ਕੀਤੀਆਂ ਨੇ, ਲੇਕਿਨ ਇਹ ਤਾਂ ਸਾਡੇ ਤੇ ਹੈ ਨਾ ਵੀ ਅਸੀਂ ਉਹਨੂੰ ਅਵੇਲ ਕਰਦੇ ਹਾਂ ਕਿ ਨਹੀਂ।
ਸਰਕਾਰ ਤਾਂ ਕਹਿੰਦੀ ਹੈ, ਉਹ ਕਹਿੰਦੀ ਜੇ ਤੁਸੀਂ ਡੋਮੈਸਟਿਕ ਵਾਇਲੈਂਸ ਦੇ ਵਿੱਚੋਂ ਤਾਂ ਆਹ ਸਾਡੀਆਂ ਗਾਈਡਲਾਈਨਸ ਨੇ, ਆਈ ਤਿਆਰੀ ਕਰਨੀ ਹੈ। ਪਹਿਲਾਂ ਇੱਕ ਬੈਗ ਤਿਆਰ ਕਰੋ, ਉਹਦੇ 'ਚ ਆਪਦਾ ਤੁਸੀਂ ਪਾਸਪੋਰਟ ਦੀ ਕਾਪੀ ਪਾਓ, ਪਾਸਪੋਰਟ ਨਹੀਂ, ਉਹਦੇ ਵਿੱਚ ਆਪਣਾ ਡਰਾਈਵਿੰਗ ਲਾਇਸੈਂਸ ਪਾਓ, ਉਹਦੇ 'ਚ ਆਪਦਾ ਇੱਕ ਕੱਪੜਾ ਪਾ ਲਓ, ਉਹਦੇ ਵਿੱਚ ਆਪਣੀਆਂ ਦਵਾਈਆਂ ਪਾ ਲਓ, ਉਹਦੇ ਵਿੱਚ ਆਪਣਾ ਤੁਸੀਂ ਨਾਲ ਥੋੜ੍ਹੇ ਜਿਹੇ ਪੈਸੇ ਰੱਖ ਲਓ। ਉਹਨੂੰ ਅਜਿਹੀ ਥਾਂ 'ਤੇ ਰੱਖਿਓ ਵੀ ਜੇ ਤੁਹਾਨੂੰ ਭੱਜਣਾ ਪੈ ਜੇ ਨਾ ਇਹੋ ਜਿਹੇ ਟਾਈਮ 'ਤੇ, ਉਦੋਂ ਆਏ ਨਾ ਹੋਵੇ ਵੀ ਤੁਹਾਨੂੰ ਕਿਤੇ ਲੱਭਣੇ ਪੈਣ ਚੀਜ਼ਾਂ ਸਾਰੀਆਂ। ਤੁਸੀਂ ਆਪਣੀ ਕਾਰ ਦਾ ਮੂੰਹ ਜਿਹੜਾ ਨਾ ਉਹ ਉਸ ਪਾਸੇ ਕਰਕੇ ਖੜਾ ਕਰੋ ਵੀ ਨਾਲ ਦੀ ਨਾਲ ਤੁਸੀਂ ਸਟਾਰਟ ਕੀਤੀ ਤੇ ਨਿਕਲ ਗਏ, ਬੈਕ ਦੇ ਵਿੱਚ ਨਾ ਫਸ ਜਿਓ ਕਿਤੇ ਨਾ ਕਿਤੇ। ਤੁਸੀਂ ਆਪਣੀ ਕਾਰ ਦੇ ਵਿੱਚ ਸਾਰੀਆਂ ਚੀਜ਼ਾਂ ਰੱਖੋ, ਆਪਣੀ ਇੱਕ ਅੱਧੀ ਸਹੇਲੀ ਨੂੰ ਦੱਸ ਕੇ ਰੱਖੋ ਵੀ ਮੇਰੇ ਘਰ ਦੇ ਵਿੱਚ ਆਹ ਪ੍ਰੋਬਲਮਸ ਨੇ, ਜੇ ਮੇਰੇ ਨਾਲ ਕੁਝ ਹੋ ਜਾਂਦਾ ਮੈਂ ਤੇਰੇ ਕੋਲ ਆਉਂਗੀ, ਆ ਚੀਜ਼ਾਂ ਸਾਂਭ ਕੇ ਰੱਖੀ ਮੇਰੀਆਂ। ਇੱਕ ਬੈਂਕ ਅਕਾਊਂਟ ਖੋਲੋ ਆਪਣੀ ਸੇਵਿੰਗਸ ਵਾਲਾ, ਔਰ ਉਹਦੇ ਵਾਸਤੇ ਜਿਹੜਾ ਨੰਬਰ ਹੈ, ਕੋਈ ਐਡਰੈਸ ਹੈ, ਕਿਤੋਂ ਹੋਰ ਦਾ ਦਿਓ ਤਾਂ ਕਿ ਤੁਹਾਡੇ ਘਰੇ ਪਤਾ ਨਾ ਲੱਗੇ। ਆਪਣੇ ਬੱਚਿਆਂ ਦੇ ਕਾਰਡ ਨਾਲ ਲੈ ਕੇ ਰੱਖੋ। ਇੰਨੀਆਂ ਚੀਜ਼ਾਂ ਬਰੀਕੀ ਦੇ ਵਿੱਚ ਕੌਣ ਸਮਝਾਉਂਦਾ? ਸਾਡੀਆਂ ਸਰਕਾਰਾਂ ਸਮਝਾਉਂਦੀਆਂ ਨੇ, ਇਸ ਕਰਕੇ ਸਮਝਾਉਂਦੀਆਂ ਨੇ ਤਾਂ ਕਿ ਕੱਲ੍ਹ ਨੂੰ ਕੋਈ ਮਨਦੀਪ ਕੌਰ ਵਰਗੀ ਔਰਤ ਅਜਿਹੀ ਸਿਚੁਏਸ਼ਨ 'ਚ ਨਾ ਆਵੇ। ਲੇਕਿਨ ਪ੍ਰੋਬਲਮ ਤਾਂ ਇਹ ਹੈ ਨਾ ਵੀ ਉਹ ਔਰਤਾਂ ਨੇ ਕਦੇ ਕਿਸੇ ਵੀ ਸੋਰਸ ਤੋਂ ਪਤਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੈਗੀ। ਹੁਣ ਇੱਥੇ ਇਹ ਗੱਲ ਜ਼ਰੂਰ ਸਰਕਾਰਾਂ 'ਤੇ ਵੀ ਆਉਂਦੀ ਹੈ ਵੀ ਜੇ ਇਹ ਸਾਰੀਆਂ ਚੀਜ਼ਾਂ ਬਣਾਉਣ ਦਾ ਕੀ ਫਾਇਦਾ ਜੇ ਆਮ ਜਨਾਨੀ ਤੱਕ ਪਹੁੰਚਦੀਆਂ ਨਹੀਂ ਹੈਗੀਆਂ। ਫਿਰ ਤਾਂ ਤੁਸੀਂ 4 ਵਰਕਰ ਲਗਾਓ ਜਿਹੜੇ ਘਰ ਘਰ ਦੇ ਵਿੱਚ ਜਾ ਕੇ ਇਹਨੂੰ ਘੱਟੋ ਘੱਟ ਪੈਂਫਲੇਟ ਤਾਂ ਵੰਡਣ, ਘੱਟੋ ਘੱਟ ਦੱਸਣ ਤਾਂ ਸਹੀ ਵੀ ਹੋ ਕੀ ਰਿਹਾ। ਇਹ ਸਰਕਾਰਾਂ ਇੱਥੇ ਫੇਲ ਹੋ ਰਹੀਆਂ ਨੇ। ਇਹ ਲਗਭਗ ਇਦਾਂ ਦੀ ਗੱਲ ਨਾ ਕਿਸੇ ਨੇ ਮੇਰੇ ਕੋਲ ਕੀਤੀ ਅੱਛਾ ਵੀ ਆਹ ਸਥਿਤੀ ਹੈ ਸਾਡੇ ਕੋਲ, ਘਰ ਵਾਲਾ ਨਾ ਇਹਨੂੰ ਕੁੜੀ ਨੂੰ ਮਾਰਦਾ ਆ ਤੇ ਹੁਣ ਕੀ ਕੀਤਾ ਜਾਵੇ। ਮਤਲਬ ਬਾਵਜੂਦ ਇਹ ਸਾਰਾ ਕੁਝ ਰੋਜ਼ ਗੱਲਾਂ ਬਾਤਾਂ ਕਰਨ ਦੇ ਸਾਨੂੰ ਵੀ ਸੀ, ਮੈਨੂੰ ਵੀ ਨਹੀਂ ਪਤਾ ਵੀ ਇਹਦੇ ਲਈ ਜਾਇਆ ਕਿੱਥੇ ਜਾਣਾ ਤੇ ਹੁਣ ਅਗਲਾ ਸਟੈਪ ਕੀ ਆ। ਵਾਕਈ ਕਿਤੇ ਨਾ ਕਿਤੇ ਤਾਂ ਜਾਂ ਸਾਡੇ 'ਚ ਨੁਕਸ ਅਸੀਂ ਪਤਾ ਨਹੀਂ ਕਰਦੇ ਜਾਂ ਸਾਡੇ ਤੱਕ ਪਹੁੰਚਦਾ ਨਹੀਂ। ਅਮਰ ਜੀ ਮਸਲਾ ਜਿਹੜਾ ਆ ਹੁਣ, ਇਹ ਤੁਹਾਨੂੰ ਅਜੀਬ ਨਹੀਂ ਲੱਗਦੀ ਗੱਲ ਕਿ ਇੱਕ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਆ ਤਾਂ ਉਹਦੇ ਵਿੱਚ ਤੁਹਾਨੂੰ ਇੰਨੀਆਂ ਜ਼ਿਆਦਾ ਧਿਆਨਯੋਗ ਗੱਲਾਂ ਲੈ ਕੇ ਚੱਲਣਾ ਪਵੇ ਕਿ ਤੁਸੀਂ ਜਿੱਦਾਂ ਕਿਸੇ ਦੁਸ਼ਮਣ ਦੇ ਮੋਰਚੇ 'ਚ ਰਹਿ ਰਹੇ ਆ। ਤੇ ਸਮੱਸਿਆ ਇੱਥੇ ਆਉਂਦੀ ਆ, ਔਰਤ ਨੂੰ ਘਰ ਵਾਲਾ ਮਾਰਦਾ ਨਹੀਂ ਬਹੁਤੀ ਵਾਰੀ, ਮਤਲਬ ਉਹਦਾ ਮਰਡਰ ਨਹੀਂ ਕਰਦਾ। ਹੁਣ ਮਨਦੀਪ ਕੌਰ ਦਾ ਉਹਨੇ ਤਾਂ ਕੀਤਾ ਨਹੀਂ, ਪਰ ਉਹਦੀ ਸਥਿਤੀ ਹੋਈ ਇੰਨੀ ਜ਼ਬਰਦਸਤ ਹੋ ਗਈ ਹੈ ਕਿ ਉਦੋਂ ਆਪਣੇ ਆਪ ਉਹਨੂੰ ਇੱਧਰਲੇ ਪਾਸੇ ਜਾਣਾ ਪਿਆ। ਸਮੱਸਿਆ ਇਹ ਆ ਵੀ ਉਹਨੂੰ ਕਿੱਦਾਂ ਰੋਕਿਆ ਜਾ ਸਕਦਾ ਵੀ ਉਹ ਇਸ ਹੱਦ ਤੱਕ ਚਲੀ ਜਾਂਦੀ ਆ ਕਿ ਵੀ ਉਹਨੂੰ ਆਪਣੇ 2 ਬੱਚੇ ਛੱਡ ਕੇ ਜਿਹੜੇ ਆ ਵੀ ਇਹ ਕੀ ਮਤਲਬ ਸੁਸਾਇਟੀ ਦੇ ਵਿੱਚ ਕੁਝ ਵੀ ਫਰਕ ਨਹੀਂ ਪਿਆ ਸਾਡਾ, ਇੱਥੇ ਦਾ ਉੱਥੇ ਹੀ ਖੜੇ ਹਾਂ ਅਸੀਂ। ਜਿਸ ਕਾਰਨ ਸਿੰਪਲੀ ਗੱਲ ਇੰਨੀ ਹੈ ਵੀ ਜੇ ਇੱਕ ਮੈਂ ਐਜ਼ ਅ ਸਟਰੋਂਗ ਵਮਨ ਮੈਂ ਆਪਣੀ ਧੀ ਨੂੰ ਇੱਕ ਸਟਰੋਂਗ ਵਮਨ ਦੇ ਤੌਰ 'ਤੇ ਖੜੀ ਕਰੂੰਗੀ। ਜਦੋਂ ਮੈਂ ਆਪਣੇ ਘਰ ਦੇ ਵਿੱਚ ਉਹਨੂੰ ਉਹ ਇਨਵਾਇਰਮੈਂਟ ਦੇਵਾਂਗੀ, ਮੈਂ ਉਹਨੂੰ ਦੱਸੂੰਗੀ ਵੀ ਜੇ ਆਹ ਗੱਲ ਇਸ ਤਰ੍ਹਾਂ ਆਈ ਤਾਂ ਦਿਸ ਇਜ਼ ਰੋਂਗ, ਇੱਥੇ ਹੀ ਬੰਦ ਕਰ ਦੇਣੀ ਚਾਹੀਦੀ ਹੈ। ਜੇ ਸਪੋਜ਼ ਕਰ ਵੀ ਤੂੰ ਕਿਸੇ ਵੀ ਮਰਦ ਤੋਂ, ਚਾਹੇ ਉਹ ਤੇਰਾ ਘਰ ਵਾਲਾ ਹੈ, ਚਾਹੇ ਸਹੁਰਾ ਹੈ, ਚਾਹੇ ਜਿਵੇਂ ਕਿ ਇਹ ਸਾਰੀ ਸਹੁਰੇ ਸੱਸ ਸਹੁਰੇ ਦੀ ਵੀ ਵਿੱਚ ਗੱਲ ਹੋਈ ਹੈ, ਜਦੋਂ ਤੈਨੂੰ ਇਸ ਤਰੀਕੇ ਨਾਲ ਗੱਲ ਕੀਤੀ ਉਸ ਟਾਈਮ ਉੱਥੇ ਸਟਾਪ ਲੱਗ ਜਾਣਾ ਚਾਹੀਦਾ। ਇਸ ਤੋਂ ਬਾਅਦ ਲਿਸਨ ਨਹੀਂ ਕਰਨਾ, ਇਸ ਤੋਂ ਬਾਅਦ ਤੂੰ ਕੋਈ ਸਟੈਪ ਲੈਣਾ ਬਿਕੋਜ਼ ਇਸ ਤੋਂ ਬਾਅਦ ਉਹ ਤੇਰੇ 'ਤੇ ਗਲਤ ਅਸਰ ਪਾਇਆ ਜਾ ਰਿਹਾ। ਜਦੋਂ ਮੈਂ ਇਹੋ ਜਿਹੇ ਇੱਕ ਬੱਚੇ ਨੂੰ ਰੇਜ਼ ਕਰੂੰਗੀ, ਜਦੋਂ ਮੈਂ ਇਹਨੂੰ ਸਮਝਾਉਂਗੀ ਕਿ ਇਹ ਸਿਰਫ ਸੈਕਸੁਅਲ ਨੀਡਸ ਪਿਆਰ ਨਹੀਂ ਹੁੰਦਾ, ਪਿਆਰ ਘਰ ਦੇ ਵਿੱਚ ਇੱਕ ਦੂਸਰੇ ਨਾਲ ਕਿਵੇਂ ਪਿਆਰ ਨਾਲ ਰਹਿ ਕੇ ਅਸੀਂ ਇੱਕ ਦੂਸਰੇ 'ਤੇ ਫੇਥ ਕਰਕੇ ਉਵੇਂ ਜ਼ਿੰਦਗੀ ਕੱਟਣੀ ਹੈ, ਉਹ ਪਿਆਰ ਹੈ, ਉਦੋਂ ਚੇਂਜ ਆਏਗੀ। ਉਦੋਂ ਮੇਰੀ ਕੁੜੀ ਨੂੰ ਕੱਲ੍ਹ ਨੂੰ ਪਤਾ ਹੋਏਗਾ। ਔਰ ਇਹ ਮੈਂ ਚਾਹੁੰਦੀ ਹਾਂ ਕਿ ਹਰ ਇੱਕ ਘਰ ਦੇ ਵਿੱਚ ਆਪਣੀਆਂ ਧੀਆਂ ਨੂੰ ਇਸ ਤਰੀਕੇ ਰੇਜ਼ ਕੀਤਾ ਜਾਵੇ ਵੀ ਉਹਨਾਂ ਨੂੰ ਪਤਾ ਹੋਵੇ ਵੀ ਸਟਾਪ ਕਿੱਥੇ ਲਗਾਉਣਾ। ਔਰ ਦੂਸਰੀ ਵੱਡੀ ਗੱਲ, ਆਪਣੇ ਮੁੰਡਿਆਂ ਨੂੰ ਵੀ ਇਸ ਤਰੀਕੇ ਰੇਜ਼ ਕੀਤਾ ਜਾਵੇ, ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਔਰਤਾਂ ਦੀ ਜਿਹੜੀ ਰਿਸਪੈਕਟ ਕਿਵੇਂ ਕਰੀਦੀ ਆ, ਉਹਨਾਂ ਦੀ ਇੱਜ਼ਤ ਕਿਵੇਂ ਕਰੀਦੀ ਹੈ, ਉਹਨਾਂ ਨਾਲ ਵਿਹਾਰ ਕਿਵੇਂ ਕਰੀਦਾ। ਜਦੋਂ ਹਲੇ ਸਮਾਂ ਲੱਗੇਗਾ, ਹਲੇ ਸੁਸਾਇਟੀ ਉਸ ਵੱਲ ਤੁਰੀ ਹੈ। ਉਸ ਵੱਲ ਤੁਰੀ ਹੈ ਕਿ ਹੋਰ ਪਿੱਛੇ ਨੂੰ ਤੁਰ ਪਈ ਹੈ? ਨਹੀਂ, ਹਲੇ ਉਸ ਵੱਲ ਤੁਰੀ ਹੈ। ਜੇ ਅੱਜ ਮੈਂ ਕਹਿੰਦੀ ਹਾਂ ਨਾ ਤਾਂ ਮੈਂ ਜਦੋਂ ਇੱਕ ਯੰਗ ਜਨਰੇਸ਼ਨਸ ਦੀ ਥੋੜ੍ਹੇ ਜਿਹੇ ਬੱਚਿਆਂ ਨੂੰ ਦੇਖਦੀ ਹਾਂ ਨਾ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਉਹ ਇਹਦੇ ਵਾਸਤੇ ਅਵੇਅਰਨੈਸ ਕ੍ਰੀਏਟ ਕਰਦੇ ਨੇ, ਜਦੋਂ ਇਹਦੇ ਵਾਸਤੇ ਅੱਗੇ ਉਹ ਇੱਕ ਛੋਟੀਆਂ ਮੀਟਿੰਗਸ ਕਰਕੇ ਗੱਲਾਂ ਕਰਦੇ ਨੇ, ਜਦੋਂ ਉਹਨਾਂ ਨੇ ਆਪਣੇ ਗਰੁੱਪਸ ਬਣਾਏ ਹੋਏ ਨੇ ਵੀ ਜੇ ਹੁਣ ਅਸੀਂ 10 ਔਰਤਾਂ ਦਾ ਗਰੁੱਪ ਆ, ਜੇ ਕਿਸੇ ਨੂੰ ਵੀ ਟਰਬਲ ਹੈ ਨਾ ਤਾਂ ਅਸੀਂ 9 ਤੇਰੇ ਨਾਲ ਖੜੀਆਂ, ਹੈ ਨਾ। ਉਸ ਤਰ੍ਹਾਂ ਦੇ ਗਰੁੱਪਸ ਬਣਦੇ ਨੇ। ਜਦੋਂ ਛੋਟੇ ਬੱਚੇ ਹੁਣ ਅੱਜ ਇਹਦੇ 'ਤੇ ਸਟੈਪ ਅਪ ਕਰ ਰਹੇ ਨੇ, ਉਹ ਜ਼ਿਆਦਾ ਚੰਗੀ ਗੱਲ ਹੈ। ਜਿਹੜੀਆਂ ਸਾਡੀ ਜਨਰੇਸ਼ਨ ਵਾਲੀਆਂ ਔਰਤਾਂ ਨੇ ਨਾ, ਪਹਿਲਾਂ ਇੱਥੇ ਆ ਕੇ ਤਾਂ ਨਾ ਤਾਂ ਉਹਨਾਂ ਨੂੰ ਸਮਝ ਸੀਗੀ,
ਨਾ ਉਹਨਾਂ ਨੂੰ ਇੱਥੇ ਦਾ ਪਤਾ ਹੈ, ਨਾ ਇੱਥੋਂ ਦੀ ਸਰਕਾਰਾਂ ਬਾਰੇ ਪਤਾ ਹੈ, ਨਾ ਇੱਥੋਂ ਦੇ ਪੁਲਿਸ ਡਿਪਾਰਟਮੈਂਟ ਬਾਰੇ ਪਤਾ ਹੈ, ਕੁਝ ਵੀ ਨਹੀਂ ਪਤਾ। ਤਾਂ ਉੱਥੇ ਇੱਕ ਡਰ ਸੀ। ਲੇਕਿਨ ਜਿਹੜੀ ਨਵੀਂ ਜਨਰੇਸ਼ਨ ਹੈ, ਯੈਸ ਉਹਦੇ ਵਿੱਚ ਡੋਮੈਸਟਿਕ ਵਾਇਲੈਂਸ ਹੈਗੀ ਹੈ, ਲੇਕਿਨ ਅੱਗੇ ਜਦੋਂ ਉਹ ਸਟੈਪ ਅਪ ਕਰਦੀਆਂ ਨੇ ਉਸ ਟਾਈਮ ਖੁਸ਼ੀ ਵੀ ਹੁੰਦੀ ਹੈ। ਆਈ ਥਿੰਕ ਚੇਂਜ ਵਿਲ ਬੀ ਹੇਅਰ ਸੂਨ। ਲੋਕ ਉਲਟਾ ਕਹਿੰਦੇ ਆ ਇਹਦੇ ਵੀ, ਜੇ ਇਹ ਸਿੱਖਿਆ ਨਾ ਕੁੜੀਆਂ ਨੂੰ ਦੇ ਦਿੱਤੀ ਜਾਂ ਮੁੰਡਿਆਂ ਨੂੰ ਦੇ ਦਿੱਤੀ ਵੀ ਤੁਸੀਂ ਮਾੜੀ ਜੀ ਵੀ 19 ਹੋ ਗਈ ਤੇ ਛੱਡ ਕੇ ਪਰੇ ਹੋ ਜਾਓ, ਵੀ ਡਾਈਵੋਰਸ ਵੱਧ ਜਾਣਗੇ, ਸਾਡੀ ਤੇ ਸੁਸਾਇਟੀ ਸਾਰੀ ਜਿਹੜੀ ਆ ਉਹ ਇੱਧਰ ਉੱਧਰ ਹੋ ਜੂਗੀ। ਚੰਗੀ ਗੱਲ ਹੈ, ਵੱਧ ਜਾਣੇ ਚਾਹੀਦੇ ਆ ਡਿਵੋਰਸ। ਤਾਂ ਹਮੇਸ਼ਾ ਤੋਂ ਇਹ ਗੱਲ ਸਹੀ ਹੈ ਵੀ ਡਿਵੋਰਸ ਕਿਉਂ ਨਹੀਂ ਹੁੰਦਾ। ਇੰਡੀਆ ਦੇ ਵਿੱਚ ਡਿਵੋਰਸ ਰੇਟ ਬਹੁਤ ਜ਼ਿਆਦਾ ਘੱਟ ਹੈ, ਇੰਨਾ ਘੱਟ ਹੈ ਵੀ ਈਵਨ 3% ਦੇ ਨੇੜੇ ਤੇੜੇ। ਉੱਥੇ ਇਹ ਨਹੀਂ ਹੈ ਵੀ ਸਾਰੀ ਦੁਨੀਆ ਹੀ ਖੁਸ਼ ਹੈ, ਉੱਥੇ ਇਹ ਹੈ ਵੀ ਲੋਕ ਕੰਪਰੋਮਾਈਜ਼ ਦੇ ਵਿੱਚ ਹੀ ਜ਼ਿੰਦਗੀ ਕੱਟੀ ਜਾਂਦੇ ਨੇ। ਉਹ ਜੇ ਇੰਗਲੈਂਡ ਤੋਂ ਇੱਕ ਰਿਪੋਰਟ ਆਈ ਸੀ, ਉਹ ਕਹਿੰਦੇ ਸਾਰੀ ਦੁਨੀਆ ਦੇ ਵਿੱਚ ਜੇ ਕੋਈ ਸਭ ਤੋਂ ਜ਼ਿਆਦਾ ਵਰਗ ਦੁਖੀ ਹੈ ਨਾ, ਤਾਂ ਉਹ ਇੰਡੀਅਨ ਔਰਤਾਂ ਦਾ ਵਰਗ ਦੁਖੀ ਹੈ। ਆਫਟਰ ਆਲ ਉਹ ਸਟੱਡੀ ਦੇ ਪਿੱਛੇ ਕੁਛ ਨਾ ਕੁਛ ਤਾਂ ਹੋਏਗਾ ਹੀ ਨਾ, ਜਿਹੜੇ ਇਸ ਹਿਸਾਬ ਦੇ ਨਾਲ ਅਸੀਂ ਚੱਲ ਰਹੇ ਹਾਂ। ਇਸ ਕਰਕੇ ਮੈਂ ਨਹੀਂ ਕਹਿੰਦੀ ਹੈਗੀ, ਮੈਂ ਕਹਿੰਦੀ ਹਾਂ ਚੇਂਜ ਆਏਗੀ, ਜ਼ਰੂਰ ਆਏਗੀ ਔਰ ਜਲਦੀ ਆਏਗੀ। ਇਹਦਾ ਮਤਲਬ ਸਾਡੀ ਸੁਸਾਇਟੀ ਹੀ ਗਲਤ ਆ, ਸਾਡਾ ਕਲਚਰ ਹੀ ਗਲਤ ਸੀਗਾ। ਜਿਹੜੀਆਂ ਵੈਲਿਊਜ਼ ਲੈ ਕੇ ਸਾਡੇ ਨਿਆਣੇ ਵੱਡੇ ਹੋਏ ਜਾਂ ਅਸੀਂ ਵੱਡੇ ਹੋਏ ਆ, ਬੇਸਿਕਲੀ ਇਹਦੇ ਵਿੱਚ ਹੀ ਵੱਡਾ ਨੁਕਸ ਆ। ਦੇਖੋ, ਕਲਚਰ ਕਦੇ ਵੀ ਆਏ ਨਹੀਂ ਕਹਿੰਦਾ ਹੈਗਾ ਵੀ ਤੁਸੀਂ ਇੱਕ ਦੂਸਰੇ ਨੂੰ, ਕਲਚਰ ਦੇ ਵਿੱਚ ਕੀ ਆਪਣੇ ਕਦੇ ਕਿਹਾ ਗਿਆ ਵੀ ਹਸਬੈਂਡ ਨੂੰ ਕਿਹਾ ਗਿਆ ਵੀ ਤੂੰ ਆਪਣੀ ਵਾਈਫ ਨੂੰ ਕੁੱਟ? ਇਹ ਕਿਹਾ ਤਾਂ ਨਹੀਂ ਗਿਆ ਹੈਗਾ। ਉਹਨੂੰ ਕਿਹਾ ਵੀ ਤੂੰ ਇਹਨੂੰ ਪ੍ਰੋਟੈਕਸ਼ਨ ਦੇਣੀ ਹੈ, ਤੂੰ ਇਹਨੂੰ ਪਿਆਰ ਦੇਣਾ ਹੈ, ਤੂੰ ਆਪਣੀ ਸਾਰੀ ਜਿਹੜੀ ਫੈਮਿਲੀ ਹੈ ਉਹਨੂੰ ਪਿਆਰ ਦੇਣਾ ਹੈ। ਲੇਕਿਨ ਜੇ ਉਹ ਨਹੀਂ ਸਮਝਿਆ ਹੈਗਾ ਤੇ ਇਹਦੇ ਵਿੱਚ ਕਲਚਰ ਦਾ ਤਾਂ ਕੋਈ ਦੋਸ਼ ਨਹੀਂ ਹੈ ਨਾ। ਹਾਂ, ਇੱਥੇ ਜੇ ਤੁਸੀਂ ਨਾਰਥ ਅਮਰੀਕਾ ਦੀ ਗੱਲ ਕਰਦੇ ਹੋ ਤਾਂ ਡਿਵੋਰਸ ਰੇਟ 50% ਹੈ। 50% ਜਦੋਂ ਇੰਡੀਆ ਵਾਲੇ ਗੱਲ ਕਰਦੇ, ਹਾਏ ਹਾਏ ਉੱਥੇ ਤਾਂ ਜਿਹੜੇ ਮੁੰਡੇ ਕੁੜੀਆਂ ਵਿਆਹ ਬਾਅਦ ਚ ਕਰਾਉਂਦੇ ਨੇ ਤੇ ਉਹਨਾਂ ਨੇ ਡਿਵੋਰਸ ਪਹਿਲਾਂ ਹੋ ਜਾਂਦੇ ਨੇ। ਘੱਟੋ ਘੱਟ ਕੰਪਰੋਮਾਈਜ਼ ਤਾਂ ਨਹੀਂ ਨਾ ਹੈ, ਆਪਣੀ ਜ਼ਿੰਦਗੀ ਤਾਂ ਜਿਉਂਦੇ ਨੇ ਨਾ ਯਾਰ, ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਹੰਡਾਉਂਦੇ ਤੇ ਨਹੀਂ। ਆਈ ਤਾਂ ਨਹੀਂ ਹੈ ਵੀ ਰੋਜ਼ ਛਿੱਤਰ ਖਾ ਕੇ ਆਹੀ ਕੁਝ ਹੋਣਾ। ਆਈ ਵਿਸ਼ ਕਿ ਮਨਦੀਪ ਕੌਰ ਨੇ ਡਿਵੋਰਸ ਫਾਈਲ ਕੀਤਾ ਹੁੰਦਾ। ਆਈ ਵਿਸ਼ ਕਿ ਉਹ ਇਸ ਬੰਦੇ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਲੈ ਕੇ ਪਰਾਂ ਹੋ ਗਈ ਹੁੰਦੀ। ਜੇ ਤੁਸੀਂ ਇਸ ਸਿਚੁਏਸ਼ਨ ਦੇ ਵਿੱਚੋਂ ਨਾ, ਜੇ ਸਰਕਾਰ ਨੂੰ ਇੱਕ ਵਾਰੀ ਕਹਿ ਦਿਓ, ਅਮਰੀਕਾ ਦੀ ਗੱਲ ਕਰਦੇ ਆ, ਤੁਹਾਡੇ ਦੋਨਾਂ ਬੱਚਿਆਂ ਦੇ ਪੈਸੇ ਲੱਗਣਗੇ, ਤੁਹਾਡੇ ਦੋਨੋਂ ਬੱਚਿਆਂ ਦੀਆਂ ਫੂਡ ਸਟੈਂਪਾਂ ਲੱਗਣਗੀਆਂ, ਤੁਹਾਨੂੰ ਪੈਸੇ ਦੇਣਗੇ, ਤੁਹਾਡੇ ਬੱਚੇ ਫ੍ਰੀ ਦੇ ਵਿੱਚ ਡੇ ਕੇਅਰ 'ਚ ਸਾਂਭੇ ਜਾਣਗੇ, ਤੁਸੀਂ ਬਾਹਰ ਜਾ ਕੇ ਜੌਬ ਕਰ ਸਕਦੇ ਹੋ। ਸਰਕਾਰਾਂ ਨਾਲ ਖੜੀਆਂ ਨੇ, ਇੱਕ ਵਾਰੀ ਸਟੈਪ ਅਪ ਤਾਂ ਕਰਕੇ ਵੇਖੋ। 50% ਛੱਡੋ, 60% ਛੱਡੋ, ਡਿਵੋਰਸ ਰੇਟ ਦੀ ਮੈਨੂੰ ਕੋਈ ਮਤਲਬ ਨਹੀਂ ਹੈ। ਮਤਲਬ ਇਹ ਹੈ ਵੀ ਜਾਨ ਬਚਣੀ ਚਾਹੀਦੀ ਹੈ। ਜੇ ਜਾਨ ਬਚੇਗੀ ਤਾਂ ਹੀ ਤਾਂ ਅੱਗੇ ਕੁਝ ਕਰਾਂਗੇ ਨਾ। ਹੁਣ ਮਨਦੀਪ ਕੌਰ ਕੀ ਕਰ ਸਕਦੀ ਹੈ ਇਸ ਟਾਈਮ ਜਦੋਂ ਸਾਰਾ ਕੁਝ ਛੱਡ ਕੇ ਇਸ ਤਰ੍ਹਾਂ ਮਰ ਗਈ ਵਿਚਾਰੀ? ਸੋ ਡਿਵੋਰਸ ਰੇਟ ਨੂੰ ਮੈਂ ਕਹਿੰਦੀ ਹਾਂ ਸਾਰੀ ਸੁਸਾਇਟੀ ਨੂੰ ਪਰਾਂ ਛੱਡ ਦਿਓ। ਤੁਸੀਂ ਸੁਸਾਇਟੀ ਤੋਂ ਕੁਝ ਨਹੀਂ ਲੈਣਾ। ਕੱਲਾ ਬੰਦਾ ਆਉਂਦਾ, ਕੱਲਾ ਬੰਦਾ ਇਸ ਦੁਨੀਆ ਤੋਂ ਜਾਂਦਾ। ਸੁਸਾਇਟੀ ਸਿਰਫ ਗੱਲਾਂ ਕਰਨ ਵਾਸਤੇ ਹੈ। ਜੇ ਤਾਂ ਹੈਲਪ ਕਰ ਰਹੀ ਹੈ ਤਾਂ ਗੁੱਡ ਇਨਫ, ਜੇ ਨਹੀਂ ਤਾਂ ਘੱਟੋ ਘੱਟ ਇਹ ਨਾ ਸੋਚੋ ਵੀ ਜੇ ਡਿਵੋਰਸ ਕਰਤਾ ਤਾਂ ਕੀ ਹੋਏਗਾ, ਜੇ ਇਕੱਲੇ ਰਹਿ ਗਏ ਤਾਂ ਕੀ ਹੋਏਗਾ। ਕੁਝ ਨਹੀਂ ਹੁੰਦਾ, ਘੱਟੋ ਘੱਟ ਜਾਣ ਤਾਂ ਹੈ ਨਾ। ਜੇ ਮਨਦੀਪ ਕੌਰ ਇਹੋ ਜਿਹਾ ਫੈਸਲਾ ਲੈ ਲੈਂਦੀ, ਅੱਜ ਉਹਦੀਆਂ 2 ਛੋਟੀਆਂ ਬੱਚੀਆਂ ਦੇ ਕੋਲੇ ਮਾਂ ਤਾਂ ਹੁੰਦੀ ਨਾ। ਜਿਸ ਕਾਰਨ ਮਾਂ ਨਾਲੋਂ ਵੱਡੀ ਨਿਆਮਤ ਤਾਂ ਕੋਈ ਨਹੀਂ ਹੈ ਨਾ, ਜਿਹੜੀਆਂ ਨਿੱਕੀਆਂ ਇਸ ਚੀਜ਼ ਤੋਂ ਵਾਂਝੀਆਂ ਹੋ ਗਈਆਂ। ਸੋ ਇਸ ਕਰਕੇ ਕਿਤੇ ਨਾ ਕਿਤੇ ਇਹ ਸਮਝਣ ਦੀ ਜ਼ਰੂਰਤ ਹੈ ਵੀ ਸੁਸਾਇਟੀ ਨੂੰ ਉਹਨਾਂ ਦੀ ਲੋਕ ਕੀ ਕਹਿਣਗੇ ਉਹਨੂੰ ਸਾਈਡ ਤੇ ਰੱਖ ਕੇ ਆਪਣੀ ਜ਼ਿੰਦਗੀ ਜਿਉਣਾ ਸਿੱਖੋ। ਇੰਡੀਵਿਜੂਅਲਿਜ਼ਮ ਪ੍ਰਮੋਟ ਨਹੀਂ ਮੈਂ ਕਰ ਰਹੀ, ਠੀਕ ਹੈ, ਪਰ ਜੇ ਤੁਸੀਂ ਇੰਡੀਵਿਜੂਅਲ ਰਹਿ ਕੇ ਘੱਟੋ ਘੱਟ ਜਿਉਣੇ ਹੋ, ਖੁਸ਼ ਹੋ, ਡੂ ਇਟ। ਬਹੁਤੀ ਵਾਰੀ ਪੁਲਿਸ ਵਾਲੇ ਆਉਂਦੇ ਆ, ਕੁਝ ਕੇਸਾਂ ਦੇ ਵਿੱਚ ਹੋਇਆ ਵੀ ਹਸਬੈਂਡ ਨਾ ਉਹ ਵਾਈਫ ਨੂੰ ਕੁੱਟਦਾ ਆ, ਮਤਲਬ ਉਹ ਸਹਿ ਲੈਂਦੀ, ਚਲੋ ਕੋਈ ਨਹੀਂ, ਕੱਢ ਲਓ। ਅਲਟੀਮੇਟਲੀ ਉਹ ਪੁਲਿਸ ਨੂੰ ਕਾਲ ਕਰ ਦਿੰਦੀ ਆ। ਪੁਲਿਸ ਆਉਂਦੀ ਆ, ਉਹ ਕਹਿੰਦੇ ਨਹੀਂ ਜੀ ਤੁਸੀਂ ਵੀ ਇਕੱਠੇ ਨਹੀਂ ਰਹਿ ਸਕਦੇ, ਤੁਸੀਂ ਥੋੜ੍ਹਾ ਜਿਹਾ ਉਹ ਪਰੇ ਕਰ ਦਿੰਦੇ ਹੋ। ਦੂਜੇ ਦਿਨ ਫੇਰ ਘਰ ਆ ਜਾਂਦਾ, ਫੇਰ ਉਹੀ ਕੁਛ ਚੱਲਦਾ, ਫੇਰ ਉਹ ਪੁਲਿਸ ਨੂੰ ਕਾਲ ਕਰਦੀ ਆ। ਇਹ ਹੁਣ ਮਤਲਬ ਉਹਨੂੰ ਪਤਾ ਹੀ ਨਹੀਂ ਵੀ ਹੁਣ ਮੈਂ ਪੁਲਿਸ ਨੂੰ ਕਾਲ ਕਰਤੀ, ਉਹ ਤੋਂ ਬਾਅਦ ਉਹਦੇ ਕੌਨਸੀਕੁਐਂਸਿਸ ਕੀ ਹੈ। ਮਨਦੀਪ ਕੌਰ ਜੇ ਚਾਹੁੰਦੀ ਕਿ ਮੈਂ ਇਹਦੇ ਤੋਂ ਅਲੱਗ ਹੋਣਾ, ਉਹਦਾ ਪਹਿਲਾ ਸਵਾਲ ਆ ਮੈਂ ਰੈਂਟ ਕਿੱਥੋਂ ਦਊਂਗੀ। ਮੰਨ ਲਓ ਸਰੀ ਦੇ ਵਿੱਚ ਆ, ਅੱਜ ਮੈਂ ਉਹੀ ਗੱਲ ਕਰਦਾ ਜਿਹੜੀ ਸਾਨੂੰ ਵੀ ਨਹੀਂ ਪਤਾ। ਇੱਕ ਔਰਤ ਨੂੰ ਉਹਦਾ ਘਰ ਵਾਲਾ ਕੁੱਟ ਰਿਹਾ ਆ, ਉਹ ਹਿੰਮਤ ਕਰਦੀ ਆ ਕਿ ਮੈਂ ਸੁਸਾਇਟੀ ਦਾ ਸਾਹਮਣਾ ਕਰ ਲੂੰਗੀ ਵੀ ਇਹ ਜਿੰਨੇ ਵੀ ਆ, ਮੈਨੂੰ ਇਹਨਾਂ ਦੀ ਪਰਵਾਹ ਨਹੀਂ, ਮੈਨੂੰ ਆਪਣੇ ਬੱਚਿਆਂ ਦੀ ਭਵਿੱਖ ਚਾਹੀਦਾ। ਹੁਣ
ਉਹਨੇ ਫੈਸਲਾ ਕਰ ਲਿਆ ਵੀ ਮੈਂ ਜਾਣਾ ਆ। ਉਹਦੇ ਕੋਲ ਪਹਿਲਾ ਸਭ ਤੋਂ ਵੱਡਾ ਸਵਾਲ ਆ ਵੀ ਮੈਨੂੰ ਬੇਸਮੈਂਟ ਕਿੱਥੇ ਮਿਲੂਗੀ, ਮੈਂ ਕਿੱਥੇ ਰਹੂੰਗੀ, ਮੇਰੇ ਜਿਹੜੇ ਬੱਚਿਆਂ ਦਾ ਰੋਟੀ ਪਾਣੀ ਕੌਣ ਦਊਗਾ, ਤੇ ਮੈਂ ਕੰਮ ਕਿੱਥੋਂ ਲੱਭੂੰਗੀ ਜਿਹਦੇ ਲਈ ਕਿ ਮੈਨੂੰ ਇਹ ਹੈ ਨਹੀਂ। ਤੇ ਕੀ ਮੇਰਾ ਜੇ ਉਹਦਾ ਘਰ ਆ, ਜੇ ਉਹਨਾਂ ਦੇ ਨਾਂ ਆ ਤੇ ਘਰ ਇਹਦੇ ਨਾਲ ਆ, ਇਹ ਚਲੇ ਜਾਊਗਾ। ਮਤਲਬ ਉਹਨੂੰ ਬੇਸਿਕਲੀ ਹੋਣਾ ਕੀ ਹੈ ਜੇ ਇਸ ਤੋਂ ਬਾਅਦ ਉਹਨੂੰ ਉਹ ਸਟੈਪ ਚੱਕਦੀ ਆ ਕਿ ਮੈਂ ਇਸ ਰਿਸ਼ਤੇ 'ਚੋਂ ਬਾਹਰ ਜਾਣਾ ਚਾਹੁੰਦੀ ਆ। ਪਹਿਲੇ ਉਹਨੂੰ ਸ਼ੁਰੂ ਤੋਂ ਹੀ ਕਿੱਥੋਂ ਸ਼ੁਰੂ ਕਰੂਗੀ ਉਹ? ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਦੱਸਦੀ ਹਾਂ ਨਾ ਕਿ ਹਰ ਇੱਕ ਕੰਟਰੀ ਦੇ ਵਿੱਚ ਇੱਕ ਡੋਮੈਸਟਿਕ ਵਾਇਲੈਂਸ ਹੌਟਲਾਈਨ ਹੁੰਦੀ ਹੈ, ਹੈਲਪਲਾਈਨ ਹੁੰਦੀ ਹੈ। ਹਰ ਇੱਕ ਘਰ ਦੇ ਵਿੱਚ ਉਹ ਲੱਗੀ ਹੋਣੀ ਚਾਹੀਦੀ ਹੈ ਵੀ ਇਹਦਾ ਫੋਨ ਨੰਬਰ ਕੀ ਹੈ। ਜਦੋਂ ਤੁਸੀਂ ਉੱਥੇ ਕਾਲ ਕਰਦੇ ਹੋ, ਪੁਲਿਸ ਨੂੰ ਉਹ ਆਪੇ ਕਾਲ ਕਰ ਦਿੰਦੇ ਨੇ। ਜੇ ਉਸ ਤੋਂ ਬਾਅਦ ਸੋਸ਼ਲ ਵਰਕਰ ਤੁਹਾਡੇ ਘਰੇ ਆਉਂਦੀ ਹੈ, ਜਿੱਥੇ ਸ਼ੈਲਟਰਸ ਨੇ, ਉਹ ਤੁਹਾਨੂੰ ਦੱਸਦੀ ਹੈ ਵੀ ਸ਼ੈਲਟਰ ਤੁਸੀਂ ਕਿੱਥੇ ਜਾਣਾ ਹੈ। ਸ਼ੈਲਟਰ ਵੱਖਰੇ ਵੱਖਰੇ ਤਰ੍ਹਾਂ ਦੇ ਹੈ, ਜਿੱਥੇ ਕਈ ਵਾਰੀ ਤਾਂ ਘਰ ਵਾਲਿਆਂ ਨੂੰ ਦੱਸਿਆ ਨਹੀਂ ਜਾਂਦਾ। ਬਹੁਤ ਸਾਰੇ ਅਜਿਹੇ ਆਮ ਘਰ ਹੁੰਦੇ ਨੇ ਜਿੱਥੇ ਕਿ ਉਹ ਜਨਾਨੀ ਨੂੰ ਸ਼ੈਲਟਰ ਦਿੱਤਾ ਜਾਂਦਾ ਤਾਂ ਕਿ ਉੱਥੇ ਉਹ ਬੰਦਾ ਕੋਈ ਜਿਹੜਾ ਉਹਦੇ ਪਿੱਛੇ ਹੈ ਵੀ ਉਹ ਉੱਥੇ ਤੱਕ ਪਹੁੰਚ ਨਾ ਕਰ ਸਕੇ। ਬਾਕੀ ਕਈ ਸ਼ੈਲਟਰਸ ਅਜਿਹੇ ਨੇ ਜਿਨ੍ਹਾਂ ਦਾ ਆਮ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ। ਜੇ ਸਿੰਪਲੀ ਮਨਦੀਪ ਕੌਰ ਦੀ ਗੱਲ ਕਰਦੀ ਹਾਂ, ਤੁਹਾਨੂੰ ਪਤਾ ਹੈ ਵੀ ਅਮਰੀਕਾ ਦੇ ਵਿੱਚ ਜੇ ਕਿਸੇ ਨੂੰ ਲੋ ਇਨਕਮ ਦੇ ਬੇਸ ਤੇ ਘਰ ਦਿੱਤੇ ਜਾਂਦੇ ਨੇ 60-70 ਡਾਲਰ ਇੱਕ ਮਹੀਨੇ ਦਾ ਰੈਂਟ ਹੈ ਕਿ ਇੰਨਾ ਵੀ ਅਫੋਰਡ ਨਹੀਂ ਕਰ ਸਕਦੇ। ਜੇ ਉੱਥੇ ਜੇ ਛੋਟੇ ਬੱਚੇ ਨੇ ਜਾਂ ਕੋਈ ਵੱਡੇ ਬੱਚੇ ਨੇ, ਜੇ ਉੱਥੇ ਫੂਡ ਸਟੈਂਪਸ ਮਿਲਦੀਆਂ ਨੇ, ਮੈਂ ਕਹਿੰਦੀ ਹਾਂ ਫੂਡ ਸਟੈਂਪ ਇੱਕ ਬੱਚੇ ਨੂੰ ਇੰਨੀ ਦਿੱਤੀ ਜਾਂਦੀ ਹੈ ਵੀ ਸਾਰਾ ਟੱਬਰ ਵੀ ਖਾ ਲੇ ਨਾ ਤਾਂ ਵੀ ਉਹ ਮੁੱਕਦੇ ਨਹੀਂ ਹੈਗੇ। ਕਿ ਤੁਸੀਂ ਭੁੱਖੇ ਮਰ ਜਾਓਗੇ ਅਮਰੀਕਾ ਦੇ ਵਿੱਚ? ਜੇ ਤੁਹਾਨੂੰ ਮਕਾਨ ਇੰਨੇ ਸਸਤੇ ਦੇ ਵਿੱਚ ਮਿਲ ਜਾਂਦਾ ਹੈ, ਉਸ ਤੋਂ ਬਾਅਦ ਫੂਡ ਸਟੈਂਪ ਤੁਹਾਨੂੰ ਮਿਲਦੀ ਹੈ। ਡੋਮੈਸਟਿਕ ਵਾਇਲੈਂਸ ਜੇ ਤੁਸੀਂ ਵਿਕਟਮ ਹੋ, ਸਰਕਾਰਾਂ ਤੁਹਾਡੀਆਂ ਹੈਲਪ ਕਰਦੀਆਂ ਨੇ। ਫਿਰ ਉਸ ਤੋਂ ਬਾਅਦ ਜੌਬ ਜਿਹੜੀ ਹੈ ਉਹ ਲੱਭਣ ਦੇ ਵਿੱਚ ਤੁਹਾਡੀ ਹੈਲਪ ਕਰਦੀਆਂ ਨੇ, ਰਜ਼ਮੇ ਬਣਾਉਣ ਦੇ ਵਿੱਚ ਤੁਹਾਡੀ ਹੈਲਪ ਕਰਦੀਆਂ ਨੇ, ਤੁਹਾਨੂੰ ਲੈ ਕੇ ਜਾਣ ਦੇ ਵਿੱਚ ਤੁਹਾਡੀ ਹੈਲਪ ਕਰਦੀਆਂ ਨੇ। ਇੱਕ ਵਾਰੀ ਸਿਰਫ ਆਵਾਜ਼ ਲਗਾਉਣ ਦੀ ਦੇਰ ਹੈ। ਹੈਲਪ ਇਜ਼ ਐਵਰੀਵੇਅਰ, ਹੈਲਪ ਇਜ਼ ਅਵੇਲੇਬਲ। ਜਸਟ ਇੱਕ ਵਾਰੀ ਉੱਚੀ ਦੇਣੀ ਆਵਾਜ਼ ਮਾਰਨੀ ਹੈ ਵੀ ਘੱਟੋ ਘੱਟ ਵੀ ਮੈਨੂੰ ਹੈਲਪ ਚਾਹੀਦੀ ਹੈ। ਸਿਰਫ ਇੰਨੀ ਕੁ ਗੱਲ ਹੈ। ਸਰਕਾਰਾਂ ਦੇ ਕੋਲੇ ਇੰਨਾ ਵੱਡਾ ਫੰਡ ਇਸ ਵਾਸਤੇ, ਡੋਮੈਸਟਿਕ ਵਾਸਤੇ, ਵਾਇਲੈਂਸ ਵਾਸਤੇ ਹੈਗਾ ਵੀ ਤੁਸੀਂ ਯਕੀਨ ਨਹੀਂ ਕਰ ਸਕਦੇ। ਹਰ ਇੱਕ ਡੋਮੈਸਟਿਕ ਵਾਇਲੈਂਸ ਦਾ ਜਿਹੜਾ ਵਿਕਟਮ ਹੈ, ਬਾਕੀ ਤੁਸੀਂ ਘਰ ਦੀ ਗੱਲ ਕੀਤੀ ਸੀ, ਜੇ BC ਦੀ ਗੱਲ ਕਰਦੇ ਹੋ 50-50 ਹੈ। ਘਰ ਦੇ ਵਿੱਚ ਔਰਤ ਦਾ ਨਾਮ ਜੇ ਵਾਈਫ ਦਾ ਹੈ ਜਾਂ ਨਹੀਂ ਹੈ, 50% ਦੀ ਮਾਲਕ ਹੈ ਉਹ। ਜੇ ਕੱਲ ਨੂੰ ਕੋਈ ਗੱਲ ਹੁੰਦੀ ਹੈ, 50% ਉਹਨਾਂ ਨੇ ਇਸ ਘਰ ਨੂੰ ਵੇਚ ਕੇ ਵੀ ਤੁਹਾਨੂੰ ਦੇ ਦੇਣਾ। ਜੇ ਤੁਸੀਂ ਘਰ ਨੂੰ ਅਫੋਰਡ ਕਰ ਸਕਦੇ ਹੋ ਤਾਂ ਵੀ ਤੁਹਾਨੂੰ ਮਿਲ ਸਕਦਾ ਹੈ। ਐਸੇ ਤਰੀਕੇ ਨਿਊਯਾਰਕ ਸਟੇਟ ਦੇ ਵਿੱਚ ਵੀ ਲਾਅ ਹੋਣਗੇ। ਲੇਕਿਨ ਸਿੰਪਲੀ ਗੱਲ ਇੰਨੀ ਹੈ ਕਿ ਜੇ ਅਸੀਂ ਲਾਅ ਨੂੰ ਜਾਣਦੇ ਨਹੀਂ ਹਾਂ, ਇਟਸ ਨਾਟ ਅ ਐਕਸਕਿਊਜ਼ ਵੀ ਮੈਨੂੰ ਪਤਾ ਨਹੀਂ ਸੀ। ਸਭ ਕੁਝ ਹੈਗਾ, ਅਵੇਅਰਨੈਸ ਚਾਹੀਦੀ ਹੈ। ਲੋਕ ਇਸ ਗੱਲੋਂ ਡਰਦੇ ਆ ਵੀ ਜੇ ਅਸੀਂ BC ਦੀ ਗੱਲ ਕਰੀਏ ਵੀ ਉਹਨਾਂ ਨੇ ਪਹਿਲਾਂ ਤਾਂ ਇੱਕ ਵਾਰੀ ਲੈ ਜਾਣਾ, ਤੁਹਾਨੂੰ ਸ਼ੈਲਟਰ 'ਚ ਰੱਖ ਲੈਣਗੇ ਮਹੀਨਾ 2 ਮਹੀਨੇ, ਉਹਦੇ ਤੋਂ ਬਾਅਦ ਉਹਨਾਂ ਨੇ ਤੋੜ ਦੇਣਾ। ਫਿਰ ਵਕੀਲ ਵੀ ਆਪ ਹੀ ਲੱਗੋ ਘਰ ਵਾਲੇ ਨਾਲ ਲੜਨ ਦੇ ਲਈ, ਤੇ ਵਕੀਲ ਦੀਆਂ ਫੀਸਾਂ ਵੀ ਥੋੜ੍ਹੀਆਂ ਨਹੀਂ ਜੀ। ਵਕੀਲ ਜਿਹੜੀ ਹੈਗੀ ਉਹ ਤੁਹਾਨੂੰ ਸਰਕਾਰ ਦਿੰਦੀ ਹੈਗੀ। ਔਰ ਐਸੀ ਗੱਲ ਨਹੀਂ, ਜਿਹੜੇ ਉਹਨਾਂ ਦੇ ਕੋਲੇ ਵਕੀਲ ਹੁੰਦੇ ਨੇ, ਜੇ ਤੁਸੀਂ ਲੀਗਲ ਏਡ ਵਾਲਿਆਂ ਕੋਲੇ ਜਾਂਦੇ ਹੋ ਤਾਂ ਉਹ ਤੁਹਾਨੂੰ ਆਰਾਮ ਦੇ ਨਾਲ ਦੇ ਦਿੰਦੇ ਆ। ਔਰ ਸਰਕਾਰ ਵੀ ਤੁਹਾਨੂੰ ਵਕੀਲ ਦਿੰਦੀ ਹੈ ਜਿਹੜਾ ਤੁਹਾਡਾ ਕੇਸ ਲੜਦਾ ਹੈਗਾ। ਜ਼ਰੂਰੀ ਨਹੀਂ ਹੈ, ਹਾਂ ਤੁਹਾਨੂੰ ਇਹ ਜ਼ਰੂਰ ਹੋ ਸਕਦਾ ਵੀ ਮੈਂ ਫਲਾਣੇ ਵਕੀਲ ਦੇ ਕੋਲ ਹੀ ਜਾਣਾ, ਫਿਰ ਤੁਹਾਨੂੰ ਦੇਖਣਾ ਪਏਗਾ ਵੀ ਕੀ ਉਹ ਸਰਕਾਰੀ ਵਕੀਲ ਦੇ ਹੇਠ ਤੋਂ ਇਸ ਹਿਸਾਬ ਨਾਲ ਤੁਹਾਡੀ ਹੈਲਪ ਕਰ ਸਕਦਾ ਕਿ ਨਹੀਂ। ਅਦਰਵਾਈਜ਼ ਏਡ ਅਵੇਲੇਬਲ ਹੈ ਵਕੀਲਾਂ ਦੇ ਵਾਸਤੇ ਵੀ, ਹਰ ਇੱਕ ਚੀਜ਼ ਅਵੇਲੇਬਲ ਹੈ। ਸਿਰਫ ਇੰਨਾ ਹੈ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਦੈਟਸ ਇਟ। ਜਿਹੜੀ ਇਹ ਡੋਮੈਸਟਿਕ ਵਾਇਲੈਂਸ ਆ, ਚਾਹੇ ਮਨਦੀਪ ਕੌਰ ਦਾ ਕੇਸ ਹੈਗਾ, ਇੱਕ ਤਾਂ ਬੜੀ ਕਲੀਅਰ ਕੱਟ ਆ ਵੀ ਜਿਹੜਾ ਮਰਦ ਆ ਉਹ ਔਰਤ ਦੇ ਉੱਤੇ ਜ਼ੁਲਮ ਕਰ ਰਿਹਾ, ਪਰ ਜਿਹੜੇ ਉਹ ਇਸ਼ਾਰੇ ਕਰ ਰਹੀ ਹੈ ਇਹਦੇ ਵਿੱਚ ਜੇ ਗੱਲ ਕਰ ਰਹੀ ਹੈ, ਉਹ ਸੁਸਾਇਟੀ ਦੀ ਬਹੁਤ ਬਰੀਕ ਤੰਦਾਂ ਬਾਰੇ ਕਰ ਰਹੀ ਹੈ। ਆਪਣੇ ਸੱਸ ਸਹੁਰੇ ਦਾ ਵੀ ਨਾਂ ਲੈ ਰਹੀ ਹੈ, ਹੋਰ ਜਿਹੜੇ ਨਾਂ ਉਹਦੇ ਵਿੱਚ ਉਹਨਾਂ ਦਾ ਵੀ ਜ਼ਿਕਰ ਕਰ ਰਹੀ ਹੈ। ਕੀ ਇਹ ਸਾਰੀ ਸੁਸਾਇਟੀ, ਚਾਹੇ ਉਹ ਔਰਤ ਆ ਚਾਹੇ ਮਰਦ ਆ, ਵੀ ਉਹਦੇ ਇੱਕ ਦੇ ਖਿਲਾਫ ਹੋ ਜਾਂਦੇ ਆ ਤੇ ਉਹ ਤਾਣੇ ਬਾਣੇ ਦੇ ਵਿੱਚ ਹੀ ਉਹ ਰਗੜੀ ਜਾਂਦੀ? ਇਹਦੇ ਵਿੱਚ ਨਾ ਇਸ ਸਪੈਸੀਫਿਕਲੀ ਤੁਸੀਂ ਇਸ ਕੇਸ ਦੀ ਗੱਲ ਕੀਤੀ ਹੈ, ਇਹਦੇ ਬਾਰੇ ਮੈਂ ਕਹਿ ਨਹੀਂ ਸਕਦੀ ਵੀ ਨਾ ਤਾਂ ਮੈਨੂੰ ਇਹ ਪਤਾ ਵੀ ਉਹਦੇ ਸੱਸ ਸਹੁਰੇ ਨਾਲ ਰਹਿੰਦੇ ਸੀ, ਨਾ ਮੈਨੂੰ ਇਹ ਪਤਾ ਵੀ ਉਹਨਾਂ ਦੇ ਰਿਲੇਸ਼ਨਸ਼ਿਪ ਕਿਹੋ ਜਿਹੇ ਸੀ, ਕਿਉਂਕਿ ਉਹਦੇ ਹਸਬੈਂਡ ਦੀ ਇੰਟਰਵਿਊ ਸੁਣੀ ਹੈ। ਦੈਟਸ ਹਾਊ ਮੈਨੂੰ ਪਤਾ ਹੈ ਉਹਦੇ ਬਾਰੇ। ਬਟ ਸਿੰਪਲੀ ਗੱਲ ਇੰਨੀ ਹੈ ਵੀ ਨੂੰਹਾਂ ਸੱਸਾਂ ਦੀ ਜਾਂ ਆਪਣੀਆਂ ਜਿਹੜੀਆਂ ਵੱਡੀਆਂ ਜੁਆਇੰਟ ਫੈਮਲੀਜ਼ ਹੈ, ਉਹਨਾਂ ਦੇ ਵਿੱਚ ਰਹਿਣਾ ਕਈ ਵਾਰੀ ਔਖਾ ਹੋ ਜਾਂਦਾ। ਜੇ ਔਖਾ ਹੋ ਜਾਂਦੇ, ਛੋਟੀਆਂ ਛੋਟੀਆਂ ਗੱਲਾਂ ਤੇ ਨੋਕ ਝੋਕ ਹੁੰਦੀ ਹੈ, ਹਸਬੈਂਡ ਵਾਈਫ ਦੇ ਵਿੱਚ ਨੋਕ ਝੋਕ ਹੁੰਦੀ ਹੈ, ਉਹ ਗੱਲਾਂ ਵੱਧ ਜਾਂਦੀਆਂ ਨੇ। ਜੁਆਇੰਟ ਫੈਮਿਲੀ ਦੇ ਕਨਸੈਪਟ ਜਿਹੜੇ ਸੀ ਨਾ, ਇੱਕ ਪਾਸੋਂ ਬਹੁਤ ਵਧੀਆ ਵੀ ਨੇ, ਇੱਕ ਪਾਸੋਂ ਉਹ ਥੋੜ੍ਹਾ ਜਿਹਾ ਨਾ ਹਿਲਾ ਕੇ ਵੀ ਰੱਖ ਦਿੰਦੀਆਂ ਨੇ, ਕਿਉਂਕਿ ਹਸਬੈਂਡ ਵਾਈਫ ਦੀ ਆਪਸ ਦੇ ਵਿੱਚ ਤਾਂ ਉਨੀ ਗੱਲਬਾਤ ਕਦੇ ਹੁੰਦੀ ਹੋਈ ਨਹੀਂ ਹੈਗੀ। ਆਪਸ ਦੇ ਵਿੱਚ ਸਮਝਣਾ ਉਹਨਾਂ ਨੂੰ ਤਾਂ ਕਦੇ ਇਕੱਠਾ ਰਹਿਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ। ਸੋ ਕਈ ਚੀਜ਼ਾਂ ਇਹਦੇ ਵਿੱਚ ਵੱਖਰੀਆਂ ਹੋਰ ਵਿੱਚ ਹੋ ਜਾਂਦੀਆਂ ਨੇ, ਜਿਹਦੇ ਬਾਰੇ ਜ਼ਰੂਰ ਕਦੇ ਨਾ ਕਦੇ ਗੱਲ ਕਰਾਂਗੇ, ਜੁਆਇੰਟ ਫੈਮਿਲੀ ਵਰਸਸ ਸਿੰਗਲ ਫੈਮਿਲੀ 'ਤੇ।
ਮੋਟੀ ਜੀ ਗੱਲ ਸਮਝ ਨਹੀਂ ਹੋਵੇ ਤੁਹਾਨੂੰ ਇਹਦਾ ਹੱਲ ਕੀ ਲੱਗਦਾ? ਇੱਕ ਤਾਂ ਬੜਾ ਮਤਲਬ ਆਈਡੀਅਲ ਜਿਹਾ ਹੱਲ ਆ ਕਿ ਜੀ ਲੋਕ ਸਿੱਖਿਅਤ ਹੋ ਜਾਣ, ਲੋਕਾਂ ਨੂੰ ਸਮਝ ਆ ਜਾਵੇ। ਸੁਸਾਇਟੀ ਤਾਂ ਅਸੀਂ ਤੁਸੀਂ ਆ ਸਾਰੇ, ਹੋਰ ਕੋਈ ਨਹੀਂ ਆ। ਬਿਲਕੁਲ। ਤੁਹਾਨੂੰ ਕੰਕਰੀਟ ਹੱਲ ਇਸ ਵੇਲੇ ਕੀ ਲੱਗਦਾ ਵੀ ਇਹ ਕੋਈ ਵੀ ਇੰਡੀਆ ਤੋਂ ਆਈ ਹੈ ਜਾਂ ਇੱਥੇ ਵੀ ਉਹੀ ਹਾਲ ਆ ਜਿਨ੍ਹਾਂ ਦੇ ਇੱਥੇ ਵਿਆਹ ਹੁੰਦੇ ਆ, ਕੀ ਕਰਨ ਉਹ ਵੀ ਇਹਦੇ ਤੋਂ ਬਚ ਜਾਣ ਤੇ ਸਾਰਾ ਕੁਝ ਠੀਕ ਠਾਕ ਵੀ ਰਹਿ ਜਾਵੇ? ਸਿੰਪਲੀ ਗੱਲ ਹੈ ਜੀ ਕਿ ਜੇ ਆਪਾਂ ਮਨੁੱਖ ਬਣ ਜਾਈਏ, ਮਨੁੱਖ ਇੱਕ ਸਮਾਜਿਕ ਜੀਵ ਹੈ। ਸਮਾਜ ਦੇ ਵਿੱਚ ਰਹਿਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਹਾਡਾ ਘਰ ਮੇਰੇ ਘਰ ਦੇ ਬਰਾਬਰ ਹੋਵੇ, ਜਾਂ ਫਿਰ ਮਤਲਬ ਇਹ ਹੁੰਦਾ ਵੀ ਅਸੀਂ ਲੋੜ ਪੈਣ ਤੇ ਇੱਕ ਦੂਜੇ ਦੀ ਮਦਦ ਕਰੀਏ। ਇਹਦਾ ਮਤਲਬ ਸਮਾਜ ਹੁੰਦਾ। ਸਮਾਜਿਕ ਜੀਵ ਦੇ ਤੌਰ ਤੇ ਅਸੀਂ ਰਹਿਣਾ ਸ਼ੁਰੂ ਕਰ ਲਈਏ। ਇੱਕ ਵਾਰੀ ਮੇਰੀ ਇੱਕ ਔਰਤ ਦੇ ਨਾਲ ਗੱਲ ਹੋਈ, ਉਹ ਡੋਮੈਸਟਿਕ ਵਾਇਲੈਂਸ ਵਿਕਟਮ ਸੀ। ਉਹਨੇ ਇੱਕ ਨਾ ਬੜੀ ਔਖੀ ਜਿਹੀ ਗੱਲ ਕੀਤੀ ਸੀਗੀ। ਉਹ ਕਹਿੰਦੀ ਮੈਂ ਇੱਕ ਵਾਰੀ ਪਾਰਕ ਦੇ ਵਿੱਚ ਬੈਠੀ ਰੋ ਰਹੀ ਸੀ, ਮੈਨੂੰ ਨਿਕਲਣ ਲੱਗੇ ਲੋਕਾਂ ਨੇ, ਕਿਸੇ ਨੇ ਇਹ ਤੱਕ ਨਹੀਂ ਪੁੱਛਿਆ ਹੈਗਾ ਵੀ ਭੈਣੇ ਤੂੰ ਕਿਉਂ ਰੋਂਦੀ ਹੈ। ਜੇ ਅਸੀਂ ਇਸ ਤਰ੍ਹਾਂ ਦੇ ਕਿਸੇ ਵਿਕਟਮ ਨੂੰ ਵੇਖਦੇ ਹਾਂ, ਜੇ ਅਸੀਂ ਉਹਨੂੰ ਇੱਕ ਵਾਰੀ ਪੁੱਛ ਵੀ ਲੈਂਦੇ ਹਾਂ ਨਾ, ਹੋ ਸਕਦਾ ਉਹਦੇ ਕੋਲ ਬੋਲਣ ਦੀ ਕਰੇਜ ਨਾ ਹੋਵੇ, ਲੇਕਿਨ ਹੋ ਸਕਦਾ ਸਿਰਫ ਦੱਸਣ ਦੀ ਹੋਵੇ। ਜੇ ਮੈਂ ਅੱਜ ਉਹਨੂੰ ਜਾ ਕੇ ਪੁੱਛ ਲਾਂ ਵੀ ਤੂੰ ਠੀਕ ਹੈ, ਤੈਨੂੰ ਕਿਸੇ ਹੈਲਪ ਦੀ ਜ਼ਰੂਰਤ ਹੈ, ਤੇਰੇ ਕੁਛ ਵੱਜਿਆ ਹੋਇਆ ਲੱਗਦਾ ਵੀ ਕੀ ਹੋ ਗਿਆ ਤੂੰ ਰੋਈ ਕਿਉਂ ਜਾਂਦੀ ਹੈ। ਜੇ ਇੰਨੀ ਕੁ ਵੀ ਗੱਲ ਅਸੀਂ ਆਲੇ ਦੁਆਲੇ ਅੱਖਾਂ ਖੋਲ ਕੇ ਚੱਲਣੀ ਸ਼ੁਰੂ ਕਰ ਦਈਏ, ਮੇਰੇ ਖਿਆਲ ਬਹੁਤ ਸਾਰੀਆਂ ਜਾਨਾਂ ਅਸੀਂ ਇਹਦੇ ਨਾਲ ਬਚਾ ਸਕਦੇ ਹਾਂ। ਤੇ ਦੂਸਰੀ ਗੱਲ, ਅਸੀਂ ਲੋਕਾਂ ਨੂੰ ਜਿਹੜੀ ਹੈਗੀ ਐਜੂਕੇਸ਼ਨ ਦੇ ਸਕਦੇ ਹਾਂ। ਤੀਸਰੀ ਗੱਲ, ਸਿੰਪਲ ਗੱਲ ਮੈਂ ਜਿਹੜੀ ਤੇ ਬਲੀਵ ਕਰਦੀ ਹਾਂ, ਇੱਕ ਤਾਂ ਜੇ ਅਸੀਂ ਸੁਸਾਇਟੀ 'ਚ ਰਹਿਣਾ, ਇੱਕ ਦੂਜੇ ਦੀ ਮਦਦ ਕਰੀਏ, ਆਪਣੇ ਘਰ ਦੇ ਵਿੱਚ ਐਗਜ਼ਾਮਪਲਸ ਸੈੱਟ ਕਰੀਏ। ਜੇ ਅਸੀਂ ਇਹ ਚਾਹੁੰਦੇ ਹਾਂ ਵੀ ਕੱਲ੍ਹ ਨੂੰ ਇਹ ਚੀਜ਼ਾਂ ਬੰਦ ਹੋਣ, ਆਪਣੇ ਘਰ ਦੇ ਵਿੱਚ ਐਗਜ਼ਾਮਪਲ ਸੈੱਟ ਕਰੋ, ਤਾਂ ਕਿ ਸਾਡੀ ਕੁੜੀ ਨੂੰ ਪਤਾ ਹੋਵੇ ਵੀ ਰਹਿਣਾ ਕਿਵੇਂ ਹੈ, ਸਾਡੇ ਮੁੰਡੇ ਨੂੰ ਪਤਾ ਹੋਵੇ ਵੀ ਰਹਿਣਾ ਕਿਵੇਂ ਹੈ। ਅਦਰਵਾਈਜ਼ ਤਾਂ ਫਿਰ ਇਹ ਗੱਲਾਂ ਬਹੁਤ ਦੇਰ ਤੋਂ ਚੱਲਦੀਆਂ ਆ ਰਹੀਆਂ ਤੇ ਇਸੇ ਤਰੀਕੇ ਚੱਲਦੀਆਂ ਰਹਿਣਗੀਆਂ। ਬਹੁਤ ਬਹੁਤ ਸ਼ੁਕਰੀਆ ਅਮਰਤ ਜੀ, ਤੁਸੀਂ ਸਮਾਂ ਕੱਢਿਆ, ਸਾਡੇ ਨਾਲ ਗੱਲਬਾਤ ਕੀਤੀ। ਥੈਂਕ ਯੂ ਸੋ ਮਚ। ਮੈਂ ਐਂਡ ਤੇ ਇਹੀ ਕਹਿਣਾ ਚਾਹੂੰਗੀ ਜੀ, ਜੇ ਕੋਈ ਮਨਦੀਪ ਕੌਰ ਦੀ ਤਰ੍ਹਾਂ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੈ ਨਾ, ਪਲੀਜ਼, ਸੁਸਾਈਡ ਨਾਲ ਕਦੇ ਵੀ ਅੱਜ ਤੱਕ ਮਸਲੇ ਹੱਲ ਨਾ ਹੋਏ ਨੇ, ਨਾ ਅੱਗੋਂ ਹੋਣੇ ਨੇ। ਸੁਸਾਈਡ ਕਰਨ ਦੀ ਬਜਾਏ ਨਾ ਕਿਤੋਂ ਹੈਲਪ ਦੀ ਜਿਹੜੀ ਹੈ ਲੱਭੋ ਵੀ ਤੁਹਾਨੂੰ ਹੈਲਪ ਕਿਸ ਤਰ੍ਹਾਂ ਮਿਲ ਸਕਦੀ ਹੈ। ਤੁਸੀਂ ਪੁਲਿਸ ਡਿਪਾਰਟਮੈਂਟ ਕਾਲ ਕਰ ਸਕਦੇ ਹੋ, ਐਮਰਜੈਂਸੀ ਹੈ 911 ਕਾਲ ਕਰ ਸਕਦੇ ਹੋ, ਕਿਸੇ ਚੈਨਲ ਨੂੰ ਕਾਲ ਕਰ ਸਕਦੇ ਹੋ, ਕਿਸੇ ਸੋਸ਼ਲ ਵਰਕਰ ਨੂੰ ਕਾਲ ਕਰ ਸਕਦੇ ਹੋ, ਕਿਤੇ ਵੀ ਕਾਲ ਕਰ ਸਕਦੇ ਹੋ, ਡੋਮੈਸਟਿਕ ਵਾਇਲੈਂਸ ਹੈਲਪਲਾਈਨ ਤੇ ਕਾਲ ਕਰ ਸਕਦੇ ਹੋ। ਬਟ ਆਸਕ ਫॉर ਹੈਲਪ। ਜਦੋਂ ਇਹ ਜੀ ਸਿਚੁਏਸ਼ਨ ਹੋ ਜੇ ਨਾ, ਉਦੋਂ ਮਾੜੀ ਜੀ ਨਹੀਂ, ਉੱਚੀ ਦੇਣੇ ਚੀਕ ਮਾਰੋ, ਇੰਨੀ ਕੁ ਚੀਕ ਮਾਰੋ ਵੀ ਆਲੇ ਦੁਆਲੇ ਸਾਰੇ ਲੋਕਾਂ ਨੂੰ ਸੁਣੇ, ਲੋਕਾਂ ਨੂੰ ਪਤਾ ਲੱਗੇ ਵੀ ਤੁਸੀਂ ਜਿਹੜੀ ਹੈ ਤਕਲੀਫ ਦੇ ਵਿੱਚੋਂ ਘੱਟੋ ਘੱਟ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਹੱਥ ਤਾਂ ਆਵੇ ਨਾ ਜਿਹੜਾ ਤੁਹਾਡਾ ਫੜ ਸਕੇ। ਥੈਂਕ ਯੂ ਸੋ ਮਚ। ਮਿਹਰਬਾਨੀ। ਦੋਸਤੋ, ਇੱਕ ਬਹੁਤ ਹੀ ਗੰਭੀਰ ਮੁੱਦਾ ਆ ਜਿਹੜਾ ਅਸੀਂ ਅੱਜ ਸਾਂਝਾ ਕੀਤਾ, ਔਰ ਸੱਚਮੁੱਚ ਜਿਵੇਂ ਅੰਮ੍ਰਿਤ ਭੱਟੀ ਜੀ ਨੇ ਸ਼ੁਰੂ ਕੀਤੀ ਸੀ ਗੱਲ, ਵੀ ਜੇ ਤੁਸੀਂ ਉਹ ਵੀਡੀਓ ਦੇਖ ਕੇ ਸੌਂ ਸਕਦੇ ਹੋ ਆਰਾਮ ਦੇ ਨਾਲ, ਤਾਂ ਤੁਸੀਂ ਇਨਸਾਨ ਨਹੀਂ ਹੋ, ਤੁਸੀਂ ਸੰਵੇਦਨਸ਼ੀਲ ਮਨੁੱਖ ਨਹੀਂ ਹੋ ਸਕਦੇ। ਜਿਹਦੇ ਵਿੱਚ ਉਹਦੀ 4 ਸਾਲ ਦੀ 6 ਸਾਲ ਦੀ ਕੁੜੀਆਂ ਜਿਹੜੀਆਂ ਬੱਚੀਆਂ ਆ, ਉਹ ਆਪਣੀ ਮਾਂ ਨੂੰ ਕੁੱਟ ਪੈਂਦੀ ਦੇਖ ਕੇ ਕਹਿ ਰਹੀਆਂ ਆਪਣੇ ਪਾਪਾ ਨੂੰ ਕਿ ਪਾਪਾ ਮੰਮੀ ਨੂੰ ਨਾ ਮਾਰੋ। ਇੰਨੇ ਉਹਦੇ ਤੋਂ ਬਾਅਦ ਉਹਦੀ ਰੋ ਕੇ ਕੁੜੀ ਦੀ ਵੀਡੀਓ ਆਉਣੀ, ਮਾਮਲਾ ਇਹਦੇ ਬਹੁਤ ਪ੍ਰਤੀ ਕਈ ਇਹਦੇ ਮਸਲੇ ਹੋ ਸਕਦੇ, ਕਈ ਇਹਦੇ ਕਾਰਨ ਹੋ ਸਕਦੇ, ਪਰ ਇੱਕ ਗੱਲ ਪੱਕੀ ਆ, ਜਿੰਨਾ ਚਿਰ ਇਹ ਬਰਾਬਰ ਨਹੀਂ ਹੁੰਦੇ ਕੁੜੀਆਂ ਮੁੰਡੇ, ਔਰ ਪ੍ਰੈਕਟੀਕਲੀ ਬਰਾਬਰ ਨਹੀਂ ਹੁੰਦੇ, ਬਰਾਬਰ ਨਹੀਂ ਆ, ਬਿਲਕੁਲ ਭੁਲੇਖਾ ਕੱਢ ਦਿਓ ਵੀ ਕੈਨੇਡਾ ਜਾਂ ਅਮਰੀਕਾ ਦੀ ਇਸ ਸਾਡੀ ਸੁਸਾਇਟੀ ਜਿਹੜੀ ਪੰਜਾਬੀ ਕਮਿਊਨਿਟੀ ਹੈ, ਇਹਦੇ ਵਿੱਚ ਕੁੜੀਆਂ ਬਰਾਬਰ ਨੇ, ਲੋਹੜੀ ਪੈਂਦੀ ਆ, ਉਹਨਾਂ ਦੇ ਬਰਥਡੇ ਸੈਲੀਬ੍ਰੇਟ ਹੁੰਦੇ ਆ। ਜਿਹੜੇ ਅੰਕੜੇ ਇਹ ਦੱਸਦੇ ਆ ਕਿ ਸਾਰਾ ਕੁਝ ਪੀੜ੍ਹੀ ਦਰ ਪੀੜ੍ਹੀ ਉਸੇ ਤਰ੍ਹਾਂ ਹੀ ਚੱਲਦਾ ਆ ਰਿਹਾ। ਇੱਕ ਪੀੜ੍ਹੀ ਜਿਹੜੀ ਉੱਥੋਂ ਆਉਂਦੀ ਆ, ਉਹ ਇਹ ਸਾਰੇ ਕੁਝ ਦੇ ਵਿੱਚੋਂ ਨਿਕਲਦੀ ਆ। ਉਹ ਸਾਰੀਆਂ ਅਲਾਮਤਾਂ ਜਿਹੜੇ ਇੱਥੇ ਜਨਮ ਲੈਂਦੇ ਨਿਆਣੇ, ਉਹਨਾਂ ਦੇ ਵਿੱਚ ਉਸੇ ਤਰ੍ਹਾਂ ਪਾਸ ਆਨ ਹੁੰਦੀਆਂ, ਅਤੇ ਜਿਹੜੇ ਅੱਗੇ ਉਹਨਾਂ ਦੇ ਨਿਆਣੇ ਇੱਥੇ ਹੁੰਦੇ ਆ, ਉਹਨਾਂ ਦੇ ਵਿੱਚ ਵੀ ਇੱਕ ਹੱਦ ਤੱਕ ਸਾਰਾ ਕੁਝ ਇਸੇ ਤਰ੍ਹਾਂ ਜਾਂਦਾ। ਔਰ ਕਈ ਵਾਰੀ ਇਹ ਮੈਗਨੀਫਾਈ ਹੁੰਦਾ ਕਿ ਜਿਹੜੀ ਕੁੜੀ ਦੇ ਬਰਾਬਰ ਮੁੰਡੇ ਦੀ ਚਾਹਤ ਆ ਕਿ ਮੇਰੇ ਮੁੰਡਾ ਹੋਣਾ ਚਾਹੀਦਾ, ਉਹ ਪਹਿਲੀ ਪੀੜ੍ਹੀ 'ਚ ਜਾਂ ਦੂਜੀ 'ਚ ਉਹ ਤੋਂ ਵੱਧ ਆ, ਤੀਜੀ 'ਚ ਉਹਦੇ ਤੋਂ ਵੱਧ ਜਾਂਦਾ। ਇਹ ਪਤਾ ਨਹੀਂ ਸਾਡੀ ਸੁਸਾਇਟੀ ਦਾ ਸਟਰਕਚਰ ਇਹੋ ਜਿਹਾ ਆ ਜਿਹੜਾ ਬਦਲ ਨਹੀਂ ਰਿਹਾ। ਪਹਿਲੀ ਪੀੜ੍ਹੀ 'ਚ ਮੰਨਿਆ ਜਾ ਸਕਦਾ ਇਹ ਸਮੱਸਿਆਵਾਂ ਸੀਗੀਆਂ, ਪਰ ਜਿਹੜੇ ਇੱਥੋਂ ਦੇ ਜੰਮਪਲ ਇੱਥੋਂ ਦੇ ਪੰਜਾਬੀ ਬੱਚੇ ਆ, ਉਹ ਇਹਦਾ ਸ਼ਿਕਾਰ ਕਿਉਂ ਹੋਣ, ਅਤੇ ਉਹਨਾਂ ਦੇ ਗਾਂਹ ਬੱਚਿਆਂ ਦੇ ਵਿੱਚ ਵੀ ਇਹੀ ਕੁਛ ਕਿਉਂ ਜਾਵੇ, ਜੇਕਰ ਉਹ ਇਸੇ ਸੁਸਾਇਟੀ ਦੇ ਵਿੱਚ ਰਹਿੰਦੇ ਆ, ਆਈਸੋਲੇਸ਼ਨ ਦੇ ਵਿੱਚ, ਜਾਂ ਸਿਰਫ ਆਪਣੀ ਕਮਿਊਨਿਟੀ ਦੇ ਵਿੱਚ ਹੀ ਰਹਿੰਦੇ ਆ। ਸ਼ਾਇਦ ਉਹਦੀ ਮੌਤ ਦੇ ਲਈ ਉਹਦਾ ਘਰ ਵਾਲਾ ਜ਼ਿੰਮੇਵਾਰ ਹੋਵੇ, ਜਾਂ ਇਹ ਤਾਂ ਕਾਨੂੰਨ ਨੇ ਦੱਸਣਾ, ਪਰ ਘੱਟੋ ਘੱਟ ਇਹ ਸੁਸਾਇਟੀ ਜਿਹੜੀ ਉਹਨੂੰ ਉਸ ਰਿਸ਼ਤੇ ਦੇ ਵਿੱਚੋਂ ਬਾਹਰ ਨਹੀਂ ਜਾਣ ਦਿੰਦੀ, ਜਾਂ ਘੱਟੋ ਘੱਟ ਕਿਤੇ ਨਾ ਕਿਤੇ ਮੁੰਡੇ ਕੁੜੀ ਦਾ ਫਰਕ, ਜਦੋਂ ਅਸੀਂ ਕਹਿੰਦੇ ਕਿ ਮੇਰੀ ਧੀ ਨੂੰ ਪੁੱਤ ਕਹਿੰਦੇ ਵੀ ਇਹ ਮੇਰੀ ਪੁੱਤਾਂ ਵਰਗੀ ਧੀ ਆ, ਜਿੰਨਾ ਚਿਰ ਸਾਡੀ ਮਾਨਸਿਕਤਾ 'ਚ
ਜਿੰਨਾ ਚਿਰ ਸਾਡੇ ਗੀਤਾਂ 'ਚ ਜਦੋਂ ਅਸੀਂ ਵਾਰ-ਵਾਰ ਮਤਲਬ ਅਸੀਂ ਤਾਂ ਸੁਣਦੇ ਹੀ ਇਹ ਆਏ ਆ, ਤੀਵੀਂ ਖਾਣ ਬਰਫੀਆਂ ਗਿੱਝ ਜੇ ਉਹ ਪੱਟ ਦਿੰਦੀ ਘਰ-ਬਾਰ, ਤੇ ਕਿੰਨਾ ਕੁਛ, ਮਤਲਬ ਜਿੰਨਾ ਚਿਰ ਇਹ ਸਾਡੇ ਸੰਗੀਤ ਦੇ ਵਿੱਚ, ਗੀਤਾਂ ਦੇ ਵਿੱਚ ਉਹ ਇੱਕ ਵਸਤੂ ਰਹੂਗੀ ਜਿਹੜੀ ਕਿ ਪਹਿਲਾਂ ਦੇ ਉਸ ਫਿਊਡਲ ਸਿਸਟਮ ਦੇ ਵਿੱਚ ਜਿਸ ਤਰ੍ਹਾਂ ਉਹਨੂੰ ਸਮਝਿਆ ਜਾਂਦਾ ਸੀ, ਉਹ ਜਿੱਡੇ ਮਰਜ਼ੀ ਵੱਡੇ ਸਟਾਰ ਹੋ ਜਾਣ ਸਾਡੇ, ਜਿੱਥੇ ਮਰਜ਼ੀ ਪਹੁੰਚ ਜਾਣ, ਉਹਨਾਂ ਚਿਰ ਇਹ ਸਾਰਾ ਕੁਝ ਹੁੰਦਾ ਰਹੂਗਾ। ਇਹ ਸਾਰੇ ਕੁਛ ਦੇ ਲਈ ਇਹ ਕੁਛ ਵੀ ਜ਼ਿੰਮੇਵਾਰ ਆ ਜਿਹਦੇ ਵਿੱਚ ਅਸੀਂ ਜਿਹੜੀ ਇੱਕ ਮੇਲ ਡੋਮੀਨੈਂਟ ਸੁਸਾਇਟੀ ਆ ਉਹ ਵੈਲਿਊਜ਼ ਨੂੰ ਤੈਅ ਕਰਦੀ ਆ ਕਿ ਆਹ ਚੀਜ਼ ਚੰਗੀ ਆ, ਆਹ ਮਾੜੀ ਆ। ਸਮੱਸਿਆ ਬਹੁਤ ਵੱਡੀ ਆ ਔਰ ਬਹੁਤ ਦੁਖਦਾਇਕ ਇਹ ਅਮਰੀਕਾ ਦੀ ਖਬਰ ਜਿਹਦੇ ਉੱਤੇ ਅਸੀਂ ਅੱਜ ਤੁਹਾਡੇ ਨਾਲ ਗੱਲਬਾਤ ਕੀਤੀ ਆ। ਰੋਜ਼ ਵਾਪਰਦੀਆਂ ਨੇ ਇਹ ਘਟਨਾਵਾਂ ਕੈਨੇਡਾ ਦੇ ਵਿੱਚ, ਸਾਡੀ ਕਮਿਊਨਿਟੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਜਦੋਂ ਅਸੀਂ ਸੁਣਦੇ ਹਾਂ ਤਾਂ ਉਹ ਬਹੁਤ ਦੁੱਖ ਹੁੰਦਾ। ਆਸ ਕਰਦੇ ਹਾਂ ਕਿ ਇਹ ਘਟਨਾਵਾਂ ਇੱਦਾਂ ਦੀਆਂ ਭਵਿੱਖ ਵਿੱਚ ਨਹੀਂ ਵਾਪਰਨਗੀਆਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।